ਧਾਲੀਵਾਲ ਸਾਹਿਬ ਕੀ ਹੋਇਆ ਸੀ 23-24 ਅਕਤੂਬਰ ਦੀ ਰਾਤ ਨੂੰ? ਕਹਿੰਦੇ ਨਹੀਂ ਜੀ ਉੱਪਰੋਂ ਆਰਡਰ ਨੇ ਕੰਪਿਊਟਰ 'ਚ ਨੇ, ਇੰਨੀ ਗੱਲ ਹੀ ਦੱਸੀ ਜੀ ਮੈਨੂੰ ਉਹਨਾਂ ਨੇ। ਜਦੋਂ ਇਸ ਤੋਂ ਪਹਿਲਾਂ ਤੁਹਾਨੂੰ ਰੋਕਿਆ ਜਾਂਦਾ ਸੀਗਾ ਉਦੋਂ ਤੁਸੀਂ ਪ੍ਰੋਟੈਸਟ ਨਹੀਂ ਕੀਤਾ ਵੀ ਮੈਨੂੰ ਕਿਉਂ ਰੋਕਦੇ ਹੋ, ਤੁਸੀਂ ਕਿਉਂ ਸਵਾਲ ਜਵਾਬ ਕਰਦੇ ਹੋ? ਜੇ ਲੰਗਰ ਲਾਉਣਾ ਮਾੜੀ ਗੱਲ ਹੈ ਫਿਰ ਮੈਂ ਮਾੜੀ ਕਰ ਰਿਹਾ ਸੀਗਾ। ਤੁਹਾਨੂੰ ਲੰਗਰ ਲਾਉਣ ਦੀ ਵਜ੍ਹਾ ਕਰਕੇ ਰੋਕਿਆ ਗਿਆ ਜਾਂ ਤੁਹਾਡਾ ਪਰਿਵਾਰ ਹੈ ਅਕਾਲੀ ਦਲ ਨਾਲ ਸੰਬੰਧਿਤ ਹੈ ਤਾਂ ਕਰਕੇ ਰੋਕਿਆ ਗਿਆ? ਕੀ ਵਜ੍ਹਾ ਕੀ ਲੱਗਦੀ ਤੁਹਾਨੂੰ? ਇਹ ਤਾਂ ਕਨਫਰਮ ਹੋ ਗਿਆ ਹੈਗਾ ਬਿਲਕੁਲ ਹੀ ਹੁਣ ਕਿ ਇਹ ਲੰਗਰ ਕਰਕੇ ਰੋਕਿਆ। ਸੰਗਤ ਤੇ ਪੰਗਤ ਦੀ ਵਿਚਾਰਧਾਰਾ ਹੈਗੀ ਹੈ, ਤੁਹਾਨੂੰ ਲੱਗਦਾ ਕਿ ਉਹਦੇ ਤੇ ਅਟੈਕ ਹੈ ਇਹ? ਮੈਨੂੰ ਆਪਣੇ ਆਪ ਨੂੰ ਬੜਾ ਵੱਡਾ ਸ਼ੱਕ ਲੱਗਿਆ ਹੈਗਾ ਕਿ ਵੀ ਲੰਗਰ ਲਾਉਣ ਦੇ ਉੱਤੇ ਇੰਨਾ ਇਤਰਾਜ਼ ਹੋ ਸਕਦਾ ਹੈ। ਤੁਸੀਂ ਅਮਰੀਕਾ 'ਚ ਗੱਲ ਨਹੀਂ ਕੀਤੀ ਕਿਸੇ ਨਾਲ ਜਦੋਂ ਇਹ ਸਭ ਕੁਝ ਹੋ ਰਿਹਾ ਸੀਗਾ? ਆਈ ਡਿਡਨਟ ਵਾਂਟ ਟੂ ਬ੍ਰਿੰਗ ਇੰਡੀਆਜ਼ ਨੇਮ ਡਾਊਨ ਕਿਸੇ ਗੱਲ ਕਰਕੇ ਵੀ। ਹੋ ਸਕਦਾ ਮਿਸਟਰ ਧਾਲੀਵਾਲ ਨੂੰ ਕਾਲੀ ਸੂਚੀ ਵਿੱਚ ਨਾ ਸ਼ਾਮਲ ਕਰ ਦਿੱਤਾ ਜਾਵੇ। ਮੈਂ ਕੋਈ ਗੁਨਾਹ ਕੀਤਾ ਹੈਗਾ ਜਾਂ ਮੈਂ ਇੰਡੀਆ ਦੇ ਖਿਲਾਫ ਕੋਈ ਨਾਰਾ ਲਾਇਆ ਹੈਗਾ? ਧਾਲੀਵਾਲ ਸਾਹਿਬ ਕਿਤੇ ਇਸ ਕਰਕੇ ਤਾਂ ਨਹੀਂ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਤੁਸੀਂ ਕੋਈ ਪ੍ਰੋਟੈਸਟ ਨਹੀਂ ਕੀਤਾਗਾ, ਤੁਸੀਂ ਉੱਥੇ ਗੱਲ ਕਰਦੇ ਸੀ ਜੋ ਤੁਹਾਨੂੰ ਰੋਕਿਆ ਜਾਂਦਾ ਸੀ, ਤੁਹਾਡੇ ਤੋਂ ਪੁੱਛਗਿੱਛ ਹੁੰਦੀ ਸੀ, ਤੁਸੀਂ ਕਹਿੰਦੇ ਸੀ ਚਲੋ ਇਹਨਾਂ ਦਾ ਕੰਮ ਹੈ ਪੁੱਛਗਿੱਛ ਕਰ ਲਈ, ਉਸ ਕਰਕੇ ਤਾਂ ਨਹੀਂ ਇਹ ਕੰਮ ਵੱਧਦਾ ਗਿਆ? ਧਾਲੀਵਾਲ ਸਾਹਿਬ ਆਈ ਕਾਲਡ ਆਰ ਐਮਬੈਸਡਰ ਤਰਨਜੀਤ ਸਿੰਘ ਸੰਧੂ ਹੈਗੇ ਨੇ, ਉਹਨਾਂ ਨੂੰ ਕਾਲ ਕੀਤੀ। ਦੇ ਆਈ ਗॉट ਗੁੱਡ ਰਿਲੇਸ਼ਨਸ ਵਿਦ them। ਦੇ ਵਰ ਸ਼ਾਕਡ ਵੀ ਕੀ ਹੋਇਆ ਹੈਗਾ, ਦੇ ਹੈਡ ਨੋ ਕਲੂ। ਮੈਂ ਕਹਿ ਰਿਹਾ ਭਾਰਤ ਅਮਰੀਕਾ ਦੇ ਰਿਸ਼ਤਿਆਂ ਤੇ ਕੋਈ ਇਹ ਮਾਮਲਾ ਸੱਟ ਮਾਰ ਸਕਦਾ, ਤੁਹਾਨੂੰ ਇਹ ਲੱਗਦਾ? ਇਹ ਨਹੀਂ ਹੈਗਾ ਕਿ ਮੈਂ ਕਰ ਨਹੀਂ ਸਕਦਾ ਹਾਂ। ਆਈ ਨੋ ਲੋਟ ਆਫ ਪੋਲੀਟੀਸ਼ੀਅਨ ਦੇ ਹੈਵ ਲੋਟ ਆਫ ਰਿਸਪੈਕਟ ਫॉर ਮੀ ਐਂਡ ਆਈ ਹੈਵ ਲੋਟ ਆਫ ਰਿਸਪੈਕਟ ਫॉर them। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਦਰਸ਼ਨ ਸਿੰਘ ਧਾਲੀਵਾਲ ਦੇ ਨਾਂ ਤੇ ਇਸ ਵਕਤ ਬਹੁਤ ਜ਼ਿਆਦਾ ਸਿਆਸਤ ਤਪੀ ਹੋਈ ਹੈ। ਦਰਸ਼ਨ ਸਿੰਘ ਧਾਲੀਵਾਲ ਕੌਣ ਨੇ, ਕਿਉਂ ਇਹਨਾਂ ਦੇ ਮੁੱਦੇ ਤੇ ਸਿਆਸਤ ਕੀਤੀ ਜਾ ਰਹੀ ਹੈ? ਸਵਾਲ ਬਹੁਤ ਸਾਰੇ ਹੈ, ਪਰ ਇਸ ਸਿਆਸਤ ਦੇ ਨਾਲ ਜਿਹੜਾ ਸਿੱਖ ਭਾਈਚਾਰਾ ਉਹਦੇ ਵਿੱਚ ਵੀ ਰੋਸ ਹੈਗਾ। NRI ਦਰਸ਼ਨ ਸਿੰਘ ਧਾਲੀਵਾਲ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈ ਅਮਰੀਕਾ ਦੇ ਵਿੱਚ ਤੇ ਪੰਜਾਬੀਆਂ ਦੇ ਵਿੱਚ, ਪੰਜਾਬੀ ਭਾਈਚਾਰੇ ਦੇ ਵਿੱਚ, ਉਹਨਾਂ ਨੂੰ ਏਅਰਪੋਰਟ ਤੇ ਰੋਕਿਆ ਗਿਆ। 23-24 ਅਕਤੂਬਰ ਦੀ ਰਾਤ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਵਜ੍ਹਾ ਕੀ ਦੱਸੀ ਹੈ ਉੱਥੋਂ ਦੇ ਅਧਿਕਾਰੀਆਂ ਨੇ? ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਉਹਨਾਂ ਨੂੰ ਵਾਪਸ ਕਿਉਂ ਭੇਜਿਆ ਗਿਆ, ਉਹ ਵਾਪਸ ਕਿਉਂ ਚਲੇ ਗਏ? ਬਹੁਤ ਸਾਰੇ ਸਵਾਲ ਹੈਗੇ ਤੇ ਦਰਸ਼ਨ ਸਿੰਘ ਧਾਲੀਵਾਲ ਸਾਡੇ ਨਾਲ ਖੁਦ ਮੌਜੂਦ ਹੈਗੇ। ਧਾਲੀਵਾਲ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ ਕੀ ਹੋਇਆ ਸੀ 23-24 ਅਕਤੂਬਰ ਦੀ ਰਾਤ ਨੂੰ? ਇਸ ਤਰ੍ਹਾਂ ਹੈਗਾ ਜੀ ਕਿ ਦਿਸ ਸਟਾਰਟਡ ਇਨ ਜਨਵਰੀ 'ਚ ਸ਼ੁਰੂ ਹੋ ਗਿਆ ਕੰਮ ਇਹ। ਜਦੋਂ ਜਨਵਰੀ 'ਚ ਆਪਣੇ ਕਿਸਾਨ ਬਾਹਰ ਬਾਰਡਰ ਤੇ ਬੈਠੇ ਸੀਗੇ, ਮੈਂ ਅਮਰੀਕਾ 'ਚ ਸੀਗਾ, ਉੱਥੇ ਬਾਰਿਸ਼ ਪਈ ਸੀ ਬਹੁਤ ਜ਼ਿਆਦਾ ਤੇ ਲੋਕੀ ਬੜੇ ਤੰਗ ਹੋ ਰਹੇ ਸੀਗੇ। ਇਹ ਸੋਚ ਕੇ ਮੇਰੇ ਮਨ 'ਚ ਇਹ ਗੱਲ ਆਈ ਕਿ ਵੀ ਆਪਾਂ ਫਾਰਮਰਜ਼ ਵਾਸਤੇ, ਬਾਕੀ ਸਾਰੀ ਦੁਨੀਆ ਵਾਸਤੇ ਕਰਦੇ ਹਾਂ, ਆਪਣੇ ਭੈਣ ਭਰਾਵਾਂ ਵਾਸਤੇ ਕਿਉਂ ਨਾ ਕਰੀਏ। ਮੈਂ ਇੰਡੀਆ ਆਇਆ ਤੇ ਅਸੀਂ ਉੱਥੇ ਬੜਾ ਵੱਡਾ ਟੈਂਟ ਲਾਇਆ ਤੇ ਲੰਗਰ ਲਾਤਾ। ਜਦੋਂ ਮੈਂ ਵਾਪਸ ਗਿਆ 10-15 ਦਿਨਾਂ ਬਾਅਦ ਮੈਨੂੰ ਏਅਰਪੋਰਟ ਤੇ ਰੋਕ ਲਿਆ ਤੇ ਉੱਥੇ ਮੈਨੂੰ ਅੱਧਾ ਪੌਣਾ ਘੰਟਾ ਮੈਨੂੰ ਉਹਨਾਂ ਨੇ ਬਿਠਾ ਕੇ ਰੱਖਿਆ ਤੇ ਮੈਨੂੰ ਪੁੱਛਿਆ ਕਿ ਕੀ ਕਰ ਰਹੇ ਹੋ ਤੁਸੀਂ, ਫਾਰਮਰ ਦੀ ਕਿਉਂ ਸਪੋਰਟ ਕਰ ਰਹੇ ਹੋ? ਤੇ ਮੈਂ ਕਿਹਾ ਜੀ ਜੇ ਅਸੀਂ ਨਹੀਂ ਫਾਰਮਰ ਦੀ ਸਪੋਰਟ ਕਰਾਂਗੇ ਹੋਰ ਕੌਣ ਕਰੂਗਾ? ਅਸੀਂ ਤਾਂ ਪਹਿਲਾਂ ਤਾਮਿਲਨਾਡੂ 'ਚ ਜਦੋਂ ਸੁਨਾਮੀ ਆਈ ਹੈਗੀ ਆ ਉਦੋਂ ਪੂਰੀ ਟ੍ਰੇਨ ਭਰ ਕੇ ਲੈ ਕੇ ਗਏ ਸੀਗੇ। ਤਾਮਿਲਨਾਡੂ 'ਚ ਕਰ ਸਕਦੇ, ਇੱਥੇ ਕਿਉਂ ਨਹੀਂ ਕਰ ਸਕਦੇ ਆਗੇ? ਉਹਨਾਂ ਨੇ ਮੇਰੇ ਨਾਲ ਇਹ ਗੱਲਾਂ ਕਰਕੇ ਮੈਨੂੰ ਜਾਣ ਦਿੱਤਾ। ਉਸ ਤੋਂ ਬਾਅਦ ਅਪ੍ਰੈਲ 'ਚ ਮੈਂ ਆਇਆ, ਆਉਂਦੇ ਨੇ ਫਿਰ ਇਹੀ ਗੱਲ ਕੀਤੀ ਵੀ ਕਿਉਂ ਕਰ ਰਹੇ ਹੋਗੇ? ਉਹਦੇ ਵਿੱਚ ਅੱਧਾ ਪੌਣਾ ਘੰਟਾ ਲਾ ਕੇ ਤੇ ਮੈਨੂੰ ਉਹਨਾਂ ਨੇ ਫਿਰ ਆਉਣ ਦਿੱਤਾ। ਵਾਪਸੀ ਟਾਈਮ ਤੇ ਫਿਰ ਇਹੀ ਗੱਲ। ਜੂਨ 'ਚ ਮੈਂ ਫਿਰ ਆਇਆ, ਸੇਮ ਥਿੰਗ ਹੈਪਨਡ। ਤੇ ਇਸ ਵਾਰ ਮੈਂ ਆਪਣੀ ਭਤੀਜੀ ਦੇ ਵਿਆਹ ਤੇ ਆ ਰਿਹਾ ਸੀਗਾ, ਵੀ ਆਪਣੀ ਬੇਟੀ ਹੈਗੀ ਆ ਉਹਦੇ ਵਿਆਹ ਤੇ ਆ ਰਿਹਾ ਸੀਗਾ ਆਪਣੇ ਪਰਿਵਾਰ ਨਾਲ, ਤੇ ਇੱਥੇ ਮੈਂ ਰੋਕ ਲਿਆ ਤੇ ਆਇਆ ਪੁੱਛਿਆ ਉਹਨਾਂ ਨੇ ਵੀ ਕੀ ਗੱਲ ਕਿਉਂ ਰੋਕਿਆ ਹੈਗਾ? ਇਹ ਨਹੀਂ ਦੱਸ ਸਕਦੇ ਜੀ। ਮੈਂ ਕਿਹਨੇ ਰੋਕਿਆ ਹੈਗਾ? ਉੱਪਰੋਂ ਆਰਡਰ ਨੇ ਜੀ। ਮੈਂ ਜੀ ਉੱਪਰੋਂ ਕੀ ਰੱਬ ਦੇ ਆਰਡਰ ਨੇ? ਕਹਿੰਦੇ ਨਹੀਂ ਜੀ ਉੱਪਰੋਂ ਆਰਡਰ ਨੇ ਕੰਪਿਊਟਰ 'ਚ ਨੇ, ਇੰਨੀ ਗੱਲ ਹੀ ਦੱਸੀ ਜੀ ਮੈਨੂੰ ਉਹਨਾਂ ਨੇ। ਜਦੋਂ ਇਸ ਤੋਂ ਪਹਿਲਾਂ ਤੁਹਾਨੂੰ ਰੋਕਿਆ ਜਾਂਦਾ ਸੀਗਾ ਉਦੋਂ ਤੁਸੀਂ ਪ੍ਰੋਟੈਸਟ ਨਹੀਂ ਕੀਤਾ ਵੀ ਮੈਨੂੰ ਕਿਉਂ ਰੋਕਦੇ ਹੋ, ਤੁਸੀਂ ਕਿਉਂ ਸਵਾਲ ਜਵਾਬ ਕਰਦੇ ਹੋ? ਨਹੀਂ, ਗੱਲ ਇਹ ਸੀਗੀ ਕਿ ਮੈਂ ਸੋਚਦਾ ਸਵਾਲ ਜਵਾਬ ਕਰਨਾ ਉਹਨਾਂ ਦਾ ਕੰਮ ਹੈਗਾ, ਉਹਨਾਂ ਦਾ ਗੱਲ ਹੈਗੀ ਉਹਨਾਂ ਦੀ, ਉਹਨੇ ਸਵਾਲ ਕਰ ਰਹੇ ਨੇ, ਮੈਂ ਉਹਨਾਂ ਨੂੰ ਸਵਾਲ ਦੇ ਜਵਾਬ ਦੇ ਦਿੰਦਾ ਸੀਗਾ। ਮੈਂ ਕੋਈ ਚੋਰੀ ਨਹੀਂ ਕਰ ਰਿਹਾ ਸੀ, ਕੋਈ ਡਾਕਾ ਨਹੀਂ ਮਾਰ ਰਿਹਾ ਸੀਗਾ, ਕੋਈ ਮਾੜੀ ਗੱਲ ਨਹੀਂ ਕਰ ਰਿਹਾ ਸੀਗਾ। ਜੇ ਲੰਗਰ ਲਾਉਣਾ ਮਾੜੀ ਗੱਲ ਹੈ ਫਿਰ ਮੈਂ ਮਾੜੀ ਕਰ ਰਿਹਾ ਸੀਗਾ। ਤੁਹਾਨੂੰ ਲੰਗਰ ਲਾਉਣ ਦੀ ਵਜ੍ਹਾ ਕਰਕੇ ਰੋਕਿਆ ਗਿਆ ਜਾਂ ਤੁਹਾਡਾ ਪਰਿਵਾਰ ਹੈ ਅਕਾਲੀ ਦਲ ਨਾਲ ਸੰਬੰਧਿਤ ਹੈ ਤਾਂ ਕਰਕੇ ਰੋਕਿਆ ਗਿਆ? ਕੀ ਵਜ੍ਹਾ ਕੀ ਲੱਗਦੀ ਤੁਹਾਨੂੰ? ਲੰਗਰ ਕਰਕੇ ਰੋਕਿਆ ਜੀ। ਇਹ ਤਾਂ ਕਨਫਰਮ ਹੋ ਗਿਆ ਹੈਗਾ ਬਿਲਕੁਲ ਹੀ ਹੁਣ ਕਿ ਇਹ ਲੰਗਰ ਕਰਕੇ ਰੋਕਿਆ ਹੈਗਾ। ਤੇ ਤੁਹਾਡੇ ਬਾਰੇ ਜਥੇਦਾਰ ਸਾਹਿਬ ਦਾ ਬਿਆਨ ਆਇਆ, ਸ਼੍ਰੋਮਣੀ ਕਮੇਟੀ ਦਾ ਬਿਆਨ ਆਇਆ, ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਹਰਾਂ ਨੇ ਪ੍ਰਧਾਨ ਮੰਤਰੀ ਤੋਂ ਦਖਲ ਮੰਗ ਲਿਆ।
ਤੁਹਾਨੂੰ ਲੱਗਦਾ ਕਿ ਇਸ ਮੁੱਦੇ ਨੂੰ ਇੰਨਾ ਜ਼ਿਆਦਾ ਵੱਡੇ ਪੱਧਰ ਤੇ ਲੈ ਕੇ ਜਾਣਾ ਚਾਹੀਦਾ? ਇਹ ਜਿਹਦੇ ਬਾਰੇ ਮੈਂ ਹੁਣ ਕੀ ਕਹਿ ਸਕਦਾਂਗਾ ਜੀ, ਪਰ ਮੇਰੇ ਵਾਸਤੇ ਇੰਡੀਆ ਮੇਰਾ ਆਪਣਾ ਮੁਲਕ ਹੈਗਾ, ਜਿੰਨਾ ਮੈਂ ਨੈਸ਼ਨਲਿਸਟ ਹੈਗਾ ਕੋਈ ਨਹੀਂ ਹੈਗਾ। ਅੱਜ ਤੱਕ ਪਹਿਲਾਂ ਅੱਜ ਤੋਂ ਕੋਈ 20-25 ਸਾਲ ਪਹਿਲਾਂ ਸਭ ਤੋਂ ਪਹਿਲਾਂ ਮੈਂ ਇੰਡੀਅਨ ਸੀਗਾ ਜਿਹਨੇ ਗਾਂਧੀ ਦਾ ਬੁੱਤ ਕੋਰਟ ਹਾਊਸ ਦੇ ਸਾਹਮਣੇ ਅਮਰੀਕਾ 'ਚ ਲਵਾਇਆ ਹੈਗਾ। ਕੱਲਾ ਬੁੱਤ ਹੀ ਨਹੀਂ ਲਵਾਇਆ ਸੀਗਾ, ਬਲਕਿ ਜਿਹੜਾ ਪਾਰਕ ਦੇ ਵਿੱਚ ਲਾਇਆ ਸੀ ਕੋਰਟ ਹਾਊਸ ਦੇ ਬਿਲਕੁਲ ਸਾਹਮਣੇ, ਉਹਦਾ ਨਾਂ ਇੰਡੀਆ ਅਮਰੀਕਾ ਫਰੈਂਡਸ਼ਿਪ ਪਾਰਕ ਨਾਂ ਰੱਖਿਆ, ਅੱਜ ਵੀ ਹੈਗਾ। ਤੇ ਜਦੋਂ ਸੁਨਾਮੀ ਆਈ ਹੈਗੀ ਆ ਉਦੋਂ ਮੈਂ ਪੂਰੀ ਟ੍ਰੇਨ ਲੈ ਕੇ ਗਿਆ ਤਾਮਿਲਨਾਡੂ 'ਚ, ਉੱਥੇ 500 ਬੰਦਾ ਵੀ ਨਾਲ ਗਿਆ ਸੀਗਾ, ਡਾਕਟਰ ਵੀ ਗਏ ਸੀਗੇ, ਤੇ ਉੱਥੇ 2-3 ਮਹੀਨੇ ਸ਼ਾਇਦ ਜ਼ਿਆਦਾ ਹੀ ਸੀਗਾ ਟਾਈਮ, ਉੱਥੇ ਲਾ ਕੇ ਆਏ ਆ, ਉੱਥੇ ਲੰਗਰ ਛਕਾਉਂਦੇ ਰਹੇ ਹੈਗੇ ਆ। ਤੇ ਇੱਥੇ ਅਸੀਂ ਆਪਣਿਆਂ ਨੂੰ ਕਰ ਰਹੇ ਹਾਂਗੇ। ਤੇ ਮੈਨੂੰ ਇਹ ਸੀਗਾ ਵੀ ਲੰਗਰ ਲਾਇਆ, ਮੈਂ ਕੋਈ ਗੁਨਾਹ ਤਾਂ ਕੀਤਾ ਨਹੀਂ ਹੈਗਾ। ਕਿੰਨੇ ਮਹੀਨੇ ਹੋ ਗਏ ਧਾਰੀਵਾਲ ਸਾਹਿਬ ਲੰਗਰ ਲਾਇਆ ਨੂੰ ਤੁਹਾਨੂੰ, ਤੇ ਕਿਸ ਤਰੀਕੇ ਮਦਦ ਤੁਸੀਂ ਕਰ ਰਹੇ ਹੋ? ਲੰਗਰ ਸਾਡਾ ਲੰਗਰ ਚੱਲ ਰਿਹਾ ਜੀ ਪਿਛਲੇ 10 ਮਹੀਨਿਆਂ ਦਾ। ਜਨਵਰੀ 6 ਨੂੰ ਲਾਇਆ ਸੀਗਾ ਤੇ ਹੁਣ ਅਕਤੂਬਰ ਹੋ ਗਿਆ ਹੈਗਾ, ਤੇ ਉੱਥੇ ਜਿਹੜਾ ਲੰਗਰ ਹੈਗਾ ਤੇ ਲੋਕਾਂ ਦੇ ਰਹਿਣ ਵਾਸਤੇ ਹੈਗਾ ਜੀ। ਅੱਛਾ, ਇਹੀ ਨਹੀਂ ਹੈਗਾ ਕਿ ਵੀ ਉੱਥੇ ਦਿੱਲੀ ਦੇ ਵੀ ਆਉਂਦੇ ਨੇ ਸਾਰੇ, ਮਤਲਬ ਕਿ ਵੀ ਡੋਂਟ ਸਟਾਪ ਐਨੀਵਨ, ਕਿਸੇ ਨੂੰ ਰੋਕਦੇ ਨਹੀਂ ਹੈਗੇ। ਲੰਗਰ ਜਿਹੜਾ ਵੀ ਆਉਂਦਾ ਲੰਗਰ ਛਕ ਜੋ ਜੀ, ਤਾਂ ਗੁਰੂ ਦਾ ਲੰਗਰ ਹੈਗਾ। ਨਹੀਂ ਤੁਹਾਨੂੰ ਤਾਂ ਹਾਂਜੀ ਬੋਲੋ ਜੀ ਬੋਲੋ। ਇਹ ਤਾਂ ਸਾਡੇ ਪਰਿਵਾਰ 'ਚ ਬੜੀ ਪੁਰਾਣੀ ਰੀਤ ਹੈਗੀ ਹੈ। ਸਾਡੇ ਇੱਥੇ ਜਦੋਂ ਤੁਸੀਂ ਸ਼ਾਇਦ ਜਾਣਦੇ ਹੋ, ਮੇਰਾ ਪਿੰਡ ਰਖੜਾ ਹੈਗਾ ਜੀ, ਰਖੜੇ ਸ਼ੂਗਰ ਮਿਲ ਹੁੰਦੀ ਸੀਗੀ, ਉੱਥੇ ਸਿਆਲ ਦੇ ਵਿੱਚ ਆਪਣੇ ਕਿਸਾਨ ਭਾਈ ਗੰਨੇ ਦੀਆਂ ਟਰਾਲੀਆਂ ਲੈ ਕੇ ਆਉਂਦੇ ਹੁੰਦੇ ਸੀਗੇ। ਸਵੇਰੇ 4 ਵਜੇ ਉੱਠ ਕੇ ਸਾਡੇ ਬਾਪੂ ਜੀ ਉਹਨਾਂ ਨੂੰ ਚਾਹ ਅਤੇ ਪਰੌਂਠੇ ਰੋਜ਼ ਖਵਾਉਂਦੇ ਸੀਗੇ। ਇਹ ਕੋਈ ਅੱਜ ਦੀ ਗੱਲ ਨਹੀਂ ਹੈਗੀ, ਇਹ ਤਾਂ ਲੰਗਰ ਦਾ ਕੰਮ ਤਾਂ ਸਾਡਾ ਬੜਾ ਸ਼ੁਰੂ ਤੋਂ ਚੱਲ ਰਿਹਾ ਹੈਗਾ। ਔਰ ਮੈਂ ਕੋਈ ਉੱਥੇ ਸਿਆਸਤ 'ਚ ਇਨਵੋਲਵ ਨਹੀਂ ਹੈਗਾ, ਮੈਂ ਉਹਨਾਂ ਧਰਨਾ ਲਵਾਉਣ 'ਚ ਨਹੀਂ ਹੈਗਾ, ਹਟਾਉਣ 'ਚ ਨਹੀਂ ਹੈਗਾ। ਲੰਗਰ ਲਾਇਆ ਜਿਸ ਤਰ੍ਹਾਂ ਲੋਕਾਂ ਦੇ ਰਹਿਣ ਵਾਸਤੇ ਕੀਤਾ, ਤੇ ਆਪਣੇ ਪੈਸੇ ਖਰਚ ਰਹੇ ਆ, ਕਿਸੇ ਤੋਂ ਮੰਗੇ ਨਹੀਂ ਹੈਗੇ, ਕਿਸੇ ਨੇ ਦਿੱਤੇ ਨਹੀਂ ਹੈਗੇ, ਸਾਰੇ ਆਪਣੇ ਪੈਸੇ ਨੇ। ਤੁਹਾਨੂੰ ਇਉਂ ਲੱਗਦਾ ਕਿ ਜਿਹੜਾ ਇੱਕ ਸਰਬੱਤ ਦੇ ਭਲੇ ਦਾ ਫਲਸਫਾ ਹੈ, ਜਿਹੜੀ ਸੰਗਤ ਤੇ ਪੰਗਤ ਦੀ ਵਿਚਾਰਧਾਰਾ ਹੈਗੀ ਹੈ, ਤੁਹਾਨੂੰ ਲੱਗਦਾ ਕਿ ਉਹਦੇ ਤੇ ਅਟੈਕ ਹੈ ਇਹ? ਦੇਖੋ ਜੀ, ਮੈਨੂੰ ਤਾਂ ਇਹ ਗੱਲਾਂ ਦਾ ਇੰਨਾ ਜ਼ਿਆਦਾ ਪਤਾ ਨਹੀਂ ਹੈਗਾ, ਪਰ ਇਹ ਗੱਲ ਹੈਗੀ ਕਿ ਮੈਨੂੰ ਆਪਣੇ ਆਪ ਨੂੰ ਬੜਾ ਵੱਡਾ ਸ਼ਾਕ ਲੱਗਿਆ ਹੈਗਾ ਕਿ ਵੀ ਲੰਗਰ ਲਾਉਣ ਦੇ ਉੱਤੇ ਇੰਨਾ ਇਤਰਾਜ਼ ਹੋ ਸਕਦਾ ਹੈਗਾ। ਜਦੋਂ ਵਾਜਪਾਈ ਸਾਹਿਬ ਇੱਥੇ ਅਮਰੀਕਾ 'ਚ ਆਏ ਸੀਗੇ, ਹੀ ਵਾਜ਼ ਦੀ ਪ੍ਰਾਈਮ ਮਿਨਿਸਟਰ, ਤੇ ਇਹਨਾਂ ਨੇ ਜਿਹੜੇ ਐਮਬੈਸੀ ਵਾਲੇ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਉਹਨਾਂ ਨੂੰ ਲੰਚ ਦੇਣਾ ਹੈਗਾ ਕੈਪੀਟਲ ਬਿਲਡਿੰਗ ਦੇ ਵਿੱਚ। ਉੱਥੇ ਉਸ ਟਾਈਮ ਤੇ ਟੋਟਲ 33 ਕਾਂਗਰਸਮੈਨ ਆਏ ਸੀ ਅਮਰੀਕਾ ਦੇ, ਇਹਨਾਂ ਨੇ ਪੂਰਾ ਜੋਰ ਲਾ 33 ਆਏ ਸੀਗੇ। ਉਹ 33 ਦੇ ਵਿੱਚੋਂ 11 ਕਾਂਗਰਸਮੈਨ ਮੇਰੇ ਨਾਲ ਗਏ ਸੀਗੇ, ਜਿਨ੍ਹਾਂ ਸਾਰਿਆਂ ਦੀ ਇੱਕੋ ਸਟੇਟਮੈਂਟ ਸੀਗੀ ਕਿ ਵੀ ਆਰ ਹੇਅਰ ਬਿਕੋਜ਼ ਆਫ ਮਿਸਟਰ ਡਾਲੀਵਾਲ। ਤੇ ਅੱਜ ਇਹ ਮੇਰੇ ਨਾਲ ਇਹ ਕਰ ਰਹੇ ਨੇ। ਚਲੋ ਮੈਂ ਇੱਕ ਛੋਟਾ ਜਿਹਾ ਵਕਫਾ ਲੈ ਕੇ ਧਾਲੀਵਾਲ ਸਾਹਿਬ ਤੁਹਾਡੇ ਕੋਲ ਵਾਪਸ ਆ ਰਿਹਾ। ਧਾਲੀਵਾਲ ਸਾਹਿਬ ਤੋਂ ਹੋਰ ਵੀ ਸਵਾਲ ਹੋਣੇ ਲਾਜ਼ਮੀ ਹੈ, ਕਿਉਂਕਿ ਦਰਸ਼ਨ ਸਿੰਘ ਧਾਲੀਵਾਲ ਬਹੁਤ ਵੱਡਾ ਨਾਮ ਹੈਗੇ, ਪਰ ਦਰਸ਼ਨ ਸਿੰਘ ਧਾਲੀਵਾਲ ਕਹਿੰਦੇ ਆ ਕਿ ਮੈਨੂੰ ਇਹ ਬੜਾ ਵੱਡਾ ਧੱਕਾ ਲੱਗਿਆ ਜਦੋਂ ਮੈਨੂੰ ਰੋਕਿਆ ਗਿਆ, ਪਰ ਇਹ ਮਾਮਲਾ ਪ੍ਰਧਾਨ ਮੰਤਰੀ ਲੈਵਲ ਤੱਕ ਕਿਵੇਂ ਪਹੁੰਚ ਗਿਆ? ਸਵਾਲ ਬਹੁਤ ਮਹੱਤਵਪੂਰਨ ਹੈ, ਕਿਉਂਕਿ ਮਿਸਟਰ ਧਾਲੀਵਾਲ ਦੇ ਖੁਦ ਦੇ ਬੜੇ ਅੱਛੇ ਰਿਲੇਸ਼ਨ ਹੈ ਅਮਰੀਕਾ ਦੀ ਜਿਹੜੀ ਸਾਰੇ ਵੱਡੇ ਵੱਡੇ ਸਿਆਸਤਦਾਨ ਹੈਗੇ ਆ ਉਹਨਾਂ ਨਾਲ ਚੰਗੇ ਰਿਲੇਸ਼ਨ ਹੈਗੇ ਆ, ਪਰ ਇਹਨਾਂ ਨੇ ਉਹਨਾਂ ਤੱਕ ਮਾਮਲਾ ਚੁੱਕਿਆ? ਵੱਡਾ ਸਵਾਲ ਹੈ, ਵਾਪਸ ਆ ਕੇ ਪੁੱਛੂੰਗਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਦਰਸ਼ਨ ਸਿੰਘ ਧਾਲੀਵਾਲ ਸਾਡੇ ਨਾਲ ਮੌਜੂਦ ਹੈਗੇ। ਧਾਲੀਵਾਲ ਸਾਹਿਬ, ਤੁਸੀਂ ਕਿੰਨੀ ਦੇਰ ਰੁਕੇ ਸੀ 에ਅਰਪੋਰਟ ਤੇ ਉਸ ਤੋਂ ਬਾਅਦ ਵਾਪਸੀ ਲਈ ਬੰਦੋਬਸਤ ਖੁਦ ਇਹਨਾਂ ਨੇ ਕਰਕੇ ਦਿੱਤਾ, ਤੁਸੀਂ ਆਪਦੇ ਪੱਧਰ ਤੇ ਕੀਤਾ? ਕਿਵੇਂ ਹੋਇਆ ਸਾਰਾ ਕੁਝ? ਉਹ ਇਸ ਤਰ੍ਹਾਂ ਸੀਗਾ ਜੀ, ਸਾਡੀ ਫਲਾਈਟ ਆਈ ਸੀਗੀ 6:30 ਵਜੇ। ਪਹਿਲਾਂ 2 ਘੰਟੇ ਦੇ ਇਹਨਾਂ ਨੇ ਮੈਨੂੰ ਕੁਝ ਦੱਸਿਆ ਹੀ ਨਹੀਂ, ਕਿ ਇਹੀ ਕਹੇ ਗਏ ਨੇ ਅਸੀਂ ਗੱਲ ਕਰ ਰਹੇ ਹਾਂ ਜੀ, ਦੱਸਦੇ ਹਾਂ ਜੀ, ਕਰਦੇ ਹਾਂ। 2 ਘੰਟੇ ਬਾਅਦ ਉਹਨਾਂ ਨੇ ਮੈਨੂੰ ਕਹਿੰਦੇ ਜੀ ਅਸੀਂ ਤਾਂ ਤੁਹਾਨੂੰ ਵਾਪਸ ਭੇਜ ਰਹੇ ਹਾਂ। ਮੈਂ ਕਿਹਾ ਮੈਨੂੰ ਕਾਰਨ ਤਾਂ ਦੱਸ ਦਿਓ ਕਿਉਂ ਵਾਪਸ ਭੇਜ ਰਹੇ ਹੋਗੇ ਹੋ? ਇਹ ਨਹੀਂ ਜੀ ਕਿ ਦੱਸ ਸਕਦੇ ਅਸੀਂ, ਉੱਪਰੋਂ ਆਰਡਰ ਨੇ। ਮੈਂ ਕਿਹਾ ਉੱਪਰੋਂ ਕਿਹਦੇ ਆਰਡਰ ਨੇ? ਉੱਪਰੋਂ ਰੱਬ ਦੇ ਆਰਡਰ ਨੇ ਤੁਹਾਡੇ ਕੋਲੇ? ਕਹਿੰਦੇ ਨਹੀਂ ਜੀ, ਉੱਪਰੋਂ ਆਰਡਰ ਨੇ, ਕੰਪਿਊਟਰ 'ਚ ਹੈ। ਤੇ ਐਕਚੁਅਲੀ ਸੱਚੀ ਗੱਲ ਇਹ ਹੈਗੀ ਕਿ ਆਈ ਵਾਜ਼ ਸ਼ਾਕਡ ਜਦੋਂ ਉਹਨੇ ਕਿਹਾ ਵੀ ਤੁਹਾਨੂੰ ਨਹੀਂ ਜਾਣ ਦੇਣਾ। ਆਈ ਡਿਡਨਟ ਨਿਊ ਇਟ। ਤੇ ਜਿਹੜਾ ਵਾਪਸੀ ਦਾ ਫਿਰ ਇੰਤਜ਼ਾਮ, ਉਸ ਤੋਂ ਬਾਅਦ 1:30 ਵਜੇ ਫਲਾਈਟ ਸੀਗੀ ਸਵੇਰ ਦੇ, ਉਸ ਫਲਾਈਟ ਦੇ ਉੱਤੇ ਮੈਂ ਆਪਣਾ ਆਪ ਇੰਤਜ਼ਾਮ ਕੀਤਾ ਹੈਗਾ ਵਾਪਸ ਆਉਣ ਦਾ। ਉੱਥੋਂ ਦੇ ਅਧਿਕਾਰੀਆਂ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ, ਤੁਸੀਂ ਆਪਦੇ ਪੱਧਰ ਤੇ ਇੰਤਜ਼ਾਮ ਕੀਤਾ ਸਾਰਾ? ਹਾਂਜੀ,
ਮਤਲਬ 에ਅਰਲਾਈਨ ਨੂੰ ਕਹਿ ਕੇ 에ਅਰਲਾਈਨਾਂ ਨੇ ਕੀਤਾ ਹੈਗਾ, ਤੇ ਪਰ ਜਿਹੜੇ ਇਮੀਗ੍ਰੇਸ਼ਨ ਦੇ ਅਧਿਕਾਰੀ ਸੀ ਉਹਨਾਂ ਨੇ ਕੁਝ ਨਹੀਂ ਕੀਤਾ। ਉਹਨਾਂ ਨੇ ਤਾਂ ਗੱਲ ਹੀ ਨਹੀਂ ਕੀਤੀ, ਇਹੀ ਕਹਿ ਗਏ ਜੀ ਉੱਪਰੋਂ ਆਰਡਰ ਹੈਗੇ ਨੇ, ਅਸੀਂ ਨਹੀਂ ਕੁਝ ਕਰ ਸਕਦੇ, ਇਹ ਤਾਂ ਉੱਪਰੋਂ ਆਰਡਰ ਨੇ ਜੀ। ਤੁਸੀਂ ਅਮਰੀਕਾ 'ਚ ਗੱਲ ਨਹੀਂ ਕੀਤੀ ਕਿਸੇ ਨਾਲ ਜਦੋਂ ਇਹ ਸਭ ਕੁਝ ਹੋ ਰਿਹਾ ਸੀਗਾ, ਉਸ ਵੇਲੇ ਗੱਲ ਨਹੀਂ ਕੀਤੀ? KP ਸਿੰਘ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਅਜੇ ਤੱਕ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਹੈਗੀ। ਮੈਨੂੰ ਬੜੇ ਲੋਕਾਂ ਦੇ ਫੋਨ ਆਏ ਨੇ, ਸਾਡੇ ਪੋਲੀਟੀਸ਼ੀਅਨ ਦੇ ਫੋਨ ਆਉਣੇ ਸ਼ੁਰੂ ਹੋ ਗਏ ਹੈਗੇ ਨੇ। ਅਜੇ ਮੈਂ ਕਹਿ ਰਿਹਾ ਵੀ ਇਹ ਮਾਮਲਾ ਮੇਰੇ ਤੇ ਇੰਡੀਆ ਦੇ ਵਿੱਚ ਹੈਗਾ। ਆਈ ਡਿਡਨਟ ਵਾਂਟ ਟੂ ਬ੍ਰਿੰਗ ਇੰਡੀਆਜ਼ ਨੇਮ ਡਾਊਨ ਕਿਸੇ ਗੱਲ ਕਰਕੇ ਵੀ। ਤੇ ਅੱਜ ਵੀ ਆਈ ਐਮ ਇੰਡੀਅਨ, ਸਭ ਤੋਂ ਪਹਿਲਾਂ ਮੈਂ ਇੰਡੀਅਨ ਹੈਗਾ, ਉਸ ਤੋਂ ਬਾਅਦ ਫਿਰ ਅਮਰੀਕਨ ਦਾ ਮੈਂ ਬਾਅਦ 'ਚ ਬਣਿਆ। ਮੇਰੇ ਕੋਲ ਇੰਡੀਅਨ ਪਾਸਪੋਰਟ ਹੈਗਾ। ਤੇ ਇਹ ਵੀ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਮੇਰੇ ਕੋਲ ਆਈ ਐਮ ਇੰਡੀਅਨ ਸਿਟੀਜ਼ਨ, ਮੇਰੇ ਕੋਲ ਇੰਡੀਅਨ OCI ਕਾਰਡ ਹੈਗਾ, ਹਾਊ ਕੁਡ ਯੂ ਰਿਫਿਊਜ਼ ਮੀ ਟੂ ਕਮ ਟੂ ਮਾਈ ਓਨ ਕੰਟਰੀ? ਕਹਿੰਦੇ ਸਾਡੇ ਬਸ 'ਚ ਨਹੀਂ ਹੈਗਾ ਜੀ। ਇੱਕ ਇੱਥੇ ਚਰਚਾ ਚੱਲਦੀ ਪਈ ਧਾਲੀਵਾਲ ਸਾਹਿਬ, ਤੁਸੀਂ ਉਹਨੂੰ ਕਨਫਰਮ ਕਰ ਸਕਦੇ ਹੋ। ਇੱਥੇ ਇੱਕ ਚਰਚਾ ਚੱਲਦੀ ਪਈ ਹੈ ਕਿ ਹੋ ਸਕਦਾ ਮਿਸਟਰ ਧਾਲੀਵਾਲ ਨੂੰ ਕਾਲੀ ਸੂਚੀ ਵਿੱਚ ਨਾ ਸ਼ਾਮਲ ਕਰ ਦਿੱਤਾ ਜਾਵੇ। ਤੁਹਾਨੂੰ ਇਉਂ ਲੱਗਦਾ ਇਸ ਪੱਧਰ ਤੱਕ ਮਾਮਲਾ ਹੋਣਾ ਚਾਹੀਦਾ? ਨਹੀਂ, ਕਾਲੀ ਸੂਚੀ ਕਿਸ ਵਕਤ ਕਾਹਦੇ ਵਾਸਤੇ ਕੀਤੀ ਹੈਗੀ ਹੈ ਜੀ? ਵਾਟ ਇਜ਼ ਦੈਟ? ਮੈਂ ਕੋਈ ਗੁਨਾਹ ਕੀਤਾ ਹੈਗਾ ਜਾਂ ਮੈਂ ਇੰਡੀਆ ਦੇ ਖਿਲਾਫ ਕੋਈ ਨਾਅਰਾ ਲਾਇਆ ਹੈਗਾ? ਮੈਂ ਤਾਂ ਪਹਿਲੀ ਗੱਲ ਕਹਿਣਾ ਕਿ ਇੰਡੀਆ ਵਰਗਾ ਮੁਲਕ ਕੋਈ ਨਹੀਂ ਹੈਗਾ। ਮੈਂ ਤਾਂ ਕੋਈ ਨੈਸ਼ਨਲਿਸਟ ਹੋਣਾ ਮਾੜੀ ਗੱਲ ਹੈਗੀ ਹੈ। ਤੁਹਾਡੇ ਵਿਰੋਧ ਦੇ ਪਿੱਛੇ ਧਾਲੀਵਾਲ ਸਾਹਿਬ ਤੁਹਾਨੂੰ ਕੌਣ ਲੱਗਦਾ ਪਿਆ? ਆਈ ਡੋਂਟ ਨੋ ਜੀ। ਕੋਈ ਕਿਸੇ ਨੇ ਧਾਲੀਵਾਲ ਸਾਹਿਬ ਅਮਰੀਕਾ 'ਚੋਂ ਤੁਹਾਡੇ ਖਿਲਾਫ ਕੋਈ ਸ਼ਿਕਾਇਤਾਂ ਨਹੀਂ ਕੀਤੀ, ਜਾਂ ਇੱਥੋਂ ਕਿਸੇ ਪੋਲੀਟੀਸ਼ੀਅਨ ਨੇ ਤੁਹਾਡੇ ਖਿਲਾਫ ਕੋਈ ਸ਼ਿਕਾਇਤ ਕੀਤੀ ਹੋਵੇ, ਕਿਸੇ ਤੇ ਤੁਹਾਨੂੰ ਲੱਗਦਾ ਪਿਆ ਹੋਵੇ, ਸ਼ੱਕ ਲੱਗਦਾ ਪਿਆ ਹੋਵੇ? ਨਹੀਂ, ਕਿਸੇ ਨੇ ਨਹੀਂ ਕੀਤੀ ਹੈਗੀ ਹੈ। ਤੇ ਮੈਂ ਅੱਜ ਤੱਕ ਕਿਸੇ ਦਾ ਨੁਕਸਾਨ ਨਹੀਂ ਕੀਤਾ ਹੈਗਾ। ਇੱਥੇ ਮੇਰੇ ਕੋਲ ਹਜ਼ਾਰਾਂ ਹੀ ਬੰਦੇ ਕੰਮ ਕਰਦੇ ਹੈਗੇ ਜਿਹਨਾਂ ਨੂੰ ਮੈਂ ਰੁਜ਼ਗਾਰ ਦਿੱਤਾ ਹੈਗਾ, ਤੇ ਇੱਥੋਂ ਸੈਂਕੜੇ ਮੈਂ ਸਟੂਡੈਂਟਸ ਨੂੰ ਸਕਾਲਰਸ਼ਿਪ ਦਿੱਤੇ ਹੈਗੇ ਨੇ ਇੱਥੇ ਆਉਣ ਵਾਸਤੇ, ਆਪਣੀ ਜੇਬ 'ਚੋਂ ਦਿੱਤੇ ਨੇ ਸਾਰਾ ਕੁਝ। ਯੂਨੀਵਰਸਿਟੀਆਂ ਨੂੰ ਲੱਖਾਂ ਹੀ ਡਾਲਰ ਦਿੱਤੇ ਹੈਗੇ ਨੇ ਆਪਣੇ ਬੰਦਿਆਂ ਕਰਕੇ, ਤੇ ਮੇਰਾ ਕਿਉਂ ਕੋਈ ਸ਼ਿਕਾਇਤ ਕਰੂਗਾ? ਜਿਹੜਾ ਉੱਥੇ ਇੰਨਾ ਵਿਸ਼ਾਲ ਡਾਇਸਪੋਰਾ ਹੈ, ਉਹਦੇ ਵਿੱਚ ਕੀ ਸੁਨੇਹਾ ਗਿਆ? ਉਹ ਕੀ ਕਹਿ ਰਹੇ ਹੋ ਤੁਹਾਨੂੰ ਧਾਲੀਵਾਲ ਸਾਹਿਬ? ਤੁਸੀਂ ਨਹੀਂ ਕਿਸੇ ਕੋਲ ਗੱਲ ਕਰਦੇ ਪਏ, ਉਹਨਾਂ ਕੋਲ ਤਾਂ ਉਹਨਾਂ ਨੇ ਤੁਹਾਡੇ ਕੋਲ ਗੱਲ ਕੀਤੀ ਹੋਣੀ ਹੈ ਵੀ ਧਾਲੀਵਾਲ ਸਾਹਿਬ ਤੁਹਾਨੂੰ ਕਿਉਂ ਰੋਕਿਆ ਗਿਆ? ਉਹ ਸਾਰੇ ਇਹੀ ਕਹਿ ਰਹੇ ਨੇ ਕਿਵੇਂ ਹੋਇਆ ਹੈਗਾ, ਜਿਹਦਾ ਕਿ ਮੇਰੇ ਕੋਲ ਜਵਾਬ ਨਹੀਂ ਹੈਗਾ ਵੀ ਕਿਉਂ ਹੋਇਆ ਤੇ ਕਿਵੇਂ ਹੋਇਆ ਹੈਗਾ। ਇਹ ਬਹੁਤ ਜ਼ਿਆਦਾ ਮੀਡੀਆ ਵਾਲੇ ਇੱਥੇ ਵੀ ਮੈਨੂੰ ਰੋਜ਼ ਕਰ ਰਹੇ ਹੈਗੇ ਨੇ, ਤੇ ਬਲਕਿ ਮੈਂ ਪਰਸੋਂ ਦਾ ਆਇਆ ਹੈਗਾ ਇੱਥੇ, ਤੇ ਪਰਸੋਂ ਦਾ ਮੈਨੂੰ ਆਪਣੇ ਆਪ ਤੇ ਟਾਈਮ ਬਿਲਕੁਲ ਨਹੀਂ ਮਿਲਿਆ ਹੈਗਾ, ਇਹੀ ਕੰਮ 'ਚ ਲੱਗੇ ਹੈਗੇ ਆ। ਕਿਸੇ ਨੇ ਇਹ ਵੀ ਨਹੀਂ ਕਹਿ ਸਕਦੇ ਨਾ ਅਸੀਂ ਇੰਟਰਵਿਊ ਦੇਣੀ ਨਹੀਂ ਹੈਗੀ, ਪਰ ਆਈ ਡੋਂਟ ਅੰਡਰਸਟੈਂਡ, ਆਈ ਐਮ ਸਟਿਲ ਇਨ ਸ਼ਾਕ ਕਿ ਵੀ ਹੋਇਆ ਕੀ ਹੈਗਾ। ਧਾਲੀਵਾਲ ਸਾਹਿਬ, ਕਿਤੇ ਇਸ ਕਰਕੇ ਤਾਂ ਨਹੀਂ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਤੁਸੀਂ ਕੋਈ ਪ੍ਰੋਟੈਸਟ ਨਹੀਂ ਕੀਤਾਗਾ, ਤੁਸੀਂ ਉੱਥੇ ਗੱਲ ਕਰਦੇ ਸੀ ਜੋ ਤੁਹਾਨੂੰ ਰੋਕਿਆ ਜਾਂਦਾ ਸੀ, ਤੁਹਾਡੇ ਤੋਂ ਪੁੱਛਗਿੱਛ ਹੁੰਦੀ ਸੀ, ਤੁਸੀਂ ਕਹਿੰਦੇ ਸੀ ਚਲੋ ਇਹਨਾਂ ਦਾ ਕੰਮ ਹੈ ਪੁੱਛਗਿੱਛ ਕਰ ਲਈ, ਉਸ ਕਰਕੇ ਤਾਂ ਨਹੀਂ ਇਹ ਕੰਮ ਵੱਧਦਾ ਗਿਆ ਧਾਲੀਵਾਲ ਸਾਹਿਬ? ਨਹੀਂ, ਉਸ ਗੱਲ ਜਿਹੜੀ ਵੀ ਗੱਲ ਹੁੰਦੀ ਸੀ, ਜੋ ਵੀ ਸਵਾਲ ਪੁੱਛਦੇ ਸੀ ਮੈਂ ਜਵਾਬ ਦੇ ਦਿੰਦਾ ਸੀਗਾ ਜੀ। ਮੇਰੇ ਤੇ ਇਹੀ ਸਵਾਲ ਹੁੰਦਾ ਸੀ ਵੀ ਅਸੀਂ ਲੰਗਰ ਲਾਇਆ, ਹੋਰ ਅਸੀਂ ਕੀ ਕੀਤਾ ਹੈਗਾ। ਉਹ ਜਦੋਂ ਗੱਲ ਪੁੱਛਦੇ ਸੀਗੇ ਉਹ ਚੈਪਟਰ ਕਲੋਜ਼ ਹੋ ਜਾਂਦਾ ਸੀ ਤੇ ਮੈਨੂੰ ਜਾਣ ਦਿੰਦੇ ਸੀਗੇ, ਤੇ ਉਹਦੇ ਕਰਕੇ ਕੀ ਹੋ ਸਕਦਾ ਹੈਗਾ। ਤੁਹਾਨੂੰ ਲੱਗਦਾ ਕਿ ਮਨਿਓਰਟੀ ਦੇ ਲਈ ਇਹ ਵੱਡਾ ਝਟਕਾ ਮੰਨਿਆ ਜਾਵੇ ਜਾਂ ਨਹੀਂ, ਮਨਿਓਰਟੀ ਨਾਲ ਇਸ ਨੂੰ ਨਹੀਂ ਜੋੜਨਾ ਚਾਹੀਦਾ ਹੈਗਾ? ਦੇਖੋ ਜੀ, ਇਹਨੂੰ ਮੈਂ ਅਜੇ ਤੱਕ ਕਿਸੇ ਨਾਲ ਵੀ ਨਹੀਂ ਜੋੜਨਾ ਚਾਹੀਦਾ। ਕਿਸੇ ਬੰਦੇ ਨੇ ਗਲਤੀ ਕੀਤੀ ਹੈਗੀ, ਆਈ ਡੋਂਟ ਨੋ ਕਿਹਨੇ ਕੀਤੀ ਹੈ ਕਿਹਨੇ ਨਹੀਂ ਕੀਤੀ ਹੈਗੀ, ਤੇ ਆਈ ਡੋਂਟ ਸੀ ਐਨੀ ਰੀਜ਼ਨ ਵਾਈ ਦੇ ਸਟਾਪ ਮੀ। ਆਈ ਡੋਂਟ ਹੈਵ, ਆਈ ਕਾਲਡ, ਇੱਥੋਂ ਜਦੋਂ ਮੈਂ ਰੋਕਿਆ ਹੋਇਆ ਸੀਗਾ, ਸਾਡਾ ਜਿਹੜਾ ਕੌਂਸਲ ਜਨਰਲ ਹੈਗਾ, ਆਈ ਕਾਲਡ ਹਿਮ, he had no clue, he was shocked. I called our ambassador Taranjit Singh Sandhu ਹੈਗੇ ਨੇ, ਉਹਨਾਂ ਨੂੰ ਕਾਲ ਕੀਤੀ, I got good relations with them. They were shocked ਵੀ ਕੀ ਹੋਇਆ ਹੈਗਾ, they had no clue। ਮਤਲਬ ਕਿ ਜੇ ਕਿਸੇ ਨੂੰ ਇਹਨਾਂ ਨੇ ਬਲੈਕ ਲਿਸਟ ਕਰਨਾ, ਕੁਝ ਹੋਰ ਕਰਨਾ, ਸਭ ਤੋਂ ਪਹਿਲਾਂ ਤਾਂ ਜਿਹੜੇ ਐਮਬੈਸੀ ਹੈਗੇ ਆ, ਕੌਂਸਲੇਟ ਹੈਗੇ ਨੇ, ਉਹਨਾਂ ਨੂੰ ਦੱਸਦੇ ਨੇ, ਉਹਨਾਂ ਕੋਲ ਤਾਂ ਕੋਈ ਹੈ ਹੀ ਨਹੀਂ। They are in a shock just like me। ਤੁਸੀਂ ਮਿਸਟਰ ਸੰਧੂ ਦਾ ਜ਼ਿਕਰ ਕੀਤਾ, ਤਰਨਜੀਤ ਸਿੰਘ ਸੰਧੂ ਦਾ, ਉਹਨਾਂ ਨੇ ਇੰਟਰਵੀਨ ਨਹੀਂ ਕੀਤਾਗਾ ਜਦੋਂ ਤੁਸੀਂ ਇਹ ਗੱਲ ਕੀਤੀ ਉਹਨਾਂ ਕੋਲੇ? They tried at that time, ਸਾਰੇ ਹੀ ਕਰ ਰਹੇ, ਹੁਣ ਵੀ ਕੋਸ਼ਿਸ਼ ਕਰ ਰਹੇ ਟੂ ਫਾਈਂਡ ਆਊਟ ਵੀ ਗੱਲ ਕੀ ਹੈਗੀ ਹੈ। ਤੁਸੀਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਡਿਮਾਂਡ ਕਰਦੇ ਹੋ? ਨਹੀਂ ਜੀ,
ਕਿਉਂ ਉਹਨਾਂ ਦੇ ਕਿਉਂ ਕੀਤੇ ਡਿਮਾਂਡ ਕਰਾਂ ਮੈਂ ਜੀ? ਇਹ ਤਾਂ ਕਿਸੇ ਨੂੰ ਉੱਪਰੋਂ ਆਰਡਰ ਦਿੱਤੇ ਹੈਗੇ ਨੇ, ਤੇ ਦੈਟ ਆਈ ਡੋਂਟ ਇਵਨ ਨੋ ਇਟ। ਜਿਹੜੇ ਬੰਦੇ ਨੇ ਉੱਤੋਂ ਕਿਹਾ ਹੈਗਾ, ਕਰਾਇਆ ਹੈਗਾ, ਦੇ ਡੋਂਟ ਨੋ ਇਟ, ਆਈ ਡੋਂਟ ਨੋ ਇਟ ਕੌਣ ਹੈਗਾ ਉਹ। ਚਲੋ ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲੈ ਕੇ ਤੁਹਾਡੇ ਕੋਲ ਵਾਪਸ ਆ ਰਿਹਾ। ਦਰਸ਼ਨ ਸਿੰਘ ਧਾਲੀਵਾਲ ਉਹ ਜਿਸ ਤਰੀਕੇ ਨਾਲ ਆਪਦਾ ਵਿਊ ਪੁਆਇੰਟ ਦੇ ਰਹੇ ਦਰਸ਼ਨ ਸਿੰਘ ਧਾਲੀਵਾਲ, ਉਹਨਾਂ ਨੂੰ ਜਿਹੜਾ ਧੱਕਾ ਲੱਗਿਆ, ਸਦਮਾ ਲੱਗਿਆ, ਉਸ ਅਸੀਂ ਸਮਝ ਸਕਦੇ ਹਾਂ, ਭਾਵਨਾਵਾਂ ਆਹਤ ਹੋਈਆਂ ਨੇ, ਅਸੀਂ ਇਹ ਵੀ ਸਮਝ ਸਕਦੇ ਹਾਂ। ਪਰ ਜਿਸ ਤਰੀਕੇ ਨਾਲ ਅਜੇ ਵੀ ਉਹ ਇਹ ਗੱਲ ਕਰ ਰਿਹਾ ਕਿ ਮੈਂ ਇਸ ਮਾਮਲੇ 'ਤੇ ਉਸ ਤਰੀਕੇ ਦੀ ਕੋਈ ਕਾਰਵਾਈ ਨਹੀਂ ਚਾਹੁੰਦਾ ਜਿਹਦੇ ਨਾਲ ਭਾਰਤ ਦਾ ਨਾਮ ਹੈ ਜਿਹੜਾ ਉਹ ਖਰਾਬ ਹੋਵੇ। ਹਜੇ ਵੀ ਉਹ ਇਹੋ ਜਿਹੀ ਸੋਚ ਰੱਖ ਰਿਹਾ ਅਤੇ ਮੈਨੂੰ ਲੱਗਦਾ ਸਰਕਾਰਾਂ ਨੂੰ ਇਹ ਸੋਚ ਨੂੰ ਸਲਾਮ ਕਰਨਾ ਚਾਹੀਦਾ, ਸੋਚਣਾ ਚਾਹੀਦਾ ਕਿ ਕਿਉਂ ਇਹੋ ਜਿਹਾ ਕੁਝ ਕੀਤਾ ਜਾ ਰਿਹਾ। ਜਿਹੜੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਆ ਸਿਆਸਤਦਾਨ, ਅਤੇ ਮਿਸਟਰ ਧਾਲੀਵਾਲ ਕਹਿ ਰਹੇ ਆ ਉਹਨਾਂ ਖਿਲਾਫ ਕਾਰਵਾਈ ਕਿਉਂ ਕੀਤੀ ਜਾਵੇ, ਉਹਨਾਂ ਦਾ ਕਸੂਰ ਕੀ ਹੈ, ਉਹਨਾਂ ਨੂੰ ਜਿਹੜੇ ਹੁਕਮ ਦੇਣ ਵਾਲੇ ਹੈਗੇ ਆ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈਗਾ ਵਜ੍ਹਾ ਕੀ ਹੈਗੀ। ਵਾਪਸ ਆ ਰਿਹਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਦਰਸ਼ਨ ਸਿੰਘ ਧਾਲੀਵਾਲ। ਇਹਨਾਂ ਦੀ ਜ਼ਿੰਦਗੀ ਬਾਰੇ ਵੀ ਸਾਨੂੰ ਸਮਝਣਾ ਜ਼ਰੂਰੀ ਹੈ ਕਿ ਇਹਨਾਂ ਦੇ ਨਾਲ ਜਿਹੜਾ ਇਹ ਵਿਵਾਦ ਜੁੜਿਆ ਹੈਗਾ, ਇਸ ਤੇ ਹੀ ਇਹਨਾਂ ਤੋਂ ਸਵਾਲ ਜਵਾਬ ਬਹੁਤ ਕੀਤੇ ਹੈਗੇ ਆ। ਧਾਲੀਵਾਲ ਸਾਹਿਬ, ਮੈਂ ਕੁਝ ਤੁਹਾਡੇ ਬਾਰੇ ਨਿੱਜੀ ਸਵਾਲ ਵੀ ਤੁਹਾਨੂੰ ਕਰਨਾ ਚਾਹੁੰਦਾ। ਦਰਸ਼ਨ ਧਾਲੀਵਾਲ, ਕਿਉਂ ਦੇਸ਼ ਛੱਡ ਕੇ ਚਲੇ ਗਏ ਤੁਸੀਂ? ਮੈਂ ਜੀ 72 ਚ ਇੱਥੇ ਨਾਭੇ ਦਮਨ ਕਾਲਜ ਪੜ੍ਹਦਾ ਸੀਗਾ, ਤੇ ਆਈ ਥਾਟ ਆਈ ਕੇਮ ਹੇਅਰ ਫॉर ਹਾਇਰ ਐਜੂਕੇਸ਼ਨ, ਪੜ੍ਹਨ ਵਾਸਤੇ ਆਇਆ ਸੀਗਾ ਮੈਂ ਜੀ। ਤੁਸੀਂ ਦੱਸ ਸਕਦੇ ਹੋ 4 ਸਾਲ ਜੀ, ਤੁਸੀਂ ਦੱਸ ਸਕਦੇ ਹੋ ਤੁਸੀਂ ਉਦੋਂ ਆਪਦੇ ਨਾਲ ਕੀ ਲੈ ਕੇ ਆਏ ਸੀਗੇ ਤੇ ਇੱਥੇ ਤੁਸੀਂ ਕੀ ਕੁਝ ਖੱਟਿਆ ਹੈਗਾ? ਮੈਂ ਇਹ ਵੀ ਜਾਣਨਾ ਚਾਹੁੰਦਾ ਕਿਉਂਕਿ ਜਿਹੜੀ ਜਿਨ੍ਹਾਂ ਬਾਰੇ ਤੁਸੀਂ ਗੱਲ ਕਰ ਰਹੇ ਹੋ ਕਿ ਸਟੂਡੈਂਟ ਤੁਸੀਂ ਤਿਆਰ ਕੀਤੇ ਆ, ਬੜੇ ਲੋਕਾਂ ਨੂੰ ਰੁਜ਼ਗਾਰ ਦਿੱਤਾ, ਮੈਂ ਚਾਹੁੰਦਾ ਉਹਨਾਂ ਨੂੰ ਵੀ ਪਤਾ ਲੱਗੇ ਦਰਸ਼ਨ ਸਿੰਘ ਧਾਲੀਵਾਲ ਕੌਣ ਹੈ। ਇਸ ਤਰ੍ਹਾਂ ਸੀਗਾ ਜੀ, ਮੈਂ 72 ਦੇ ਵਿੱਚ ਇੱਥੇ ਪੜ੍ਹਨ ਆਇਆ ਸੀਗਾ ਤੇ ਨਾਰਥ ਡਕੋਟਾ ਸਟੇਟ 'ਚ ਸੀਗਾ। ਉੱਥੇ ਮੇਰੀ ਐਡਮਿਸ਼ਨ ਸੀਗੀ ਸੈਕੰਡਰੀ ਐਜੂਕੇਸ਼ਨ 'ਚ, ਜਿਹਨੂੰ ਆਪਾਂ ਬੀਐਡ ਕਹਿੰਦੇ ਹੈਗੇ ਜੀ। ਤੇ ਉਸ ਤੋਂ ਬਾਅਦ ਮੈਂ 6 ਮਹੀਨੇ ਬਾਅਦ ਮਿਲਵਾਕੀ ਮੂਵ ਹੋ ਗਿਆ ਸੀਗਾ, ਤੇ ਮਿਲਵਾਕੀ ਮੈਂ ਆਪਣਾ ਮੇਜਰ ਬਦਲ ਕੇ ਸੈਕੰਡਰੀ ਐਜੂਕੇਸ਼ਨ ਤੋਂ ਇੰਡਸਟਰੀਅਲ ਇੰਜੀਨੀਅਰਿੰਗ ਕੀਤੀ ਹੈਗੀ ਹੈ, ਇਹ ਸੋਚ ਕੇ ਕਿ ਮੈਂ ਵਾਪਸ ਇੰਡੀਆ ਜਾਵਾਂਗਾ ਤੇ ਉੱਥੇ ਕੋਈ ਜਾ ਕੇ ਇੰਡਸਟਰੀ ਲਾਵਾਂਗਾ। ਪਰ ਉਹ ਇੱਕ ਦੇ ਨਾਲ ਦੂਜੀ ਗੱਲ ਜੁੜਦੀ ਗਈ, ਤੇ 77 ਚ ਮੈਂ ਆਪਣਾ ਪਹਿਲਾ ਇੱਥੇ ਗੈਸ ਸਟੇਸ਼ਨ ਪ੍ਰੋ ਪੰਪ ਲਾਇਆ ਸੀਗਾ ਜੀ। 79 ਚ ਮੈਂ ਪਹਿਲਾਂ ਖਰੀਦਿਆ ਸੀਗਾ। ਉਸ ਤੋਂ ਬਾਅਦ ਕਦੇ 2, ਕਦੇ 4, ਕਦੇ 6 ਲੈਂਦਾ ਗਿਆ ਹਾਂ, ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਾਰਾ ਕੁਝ ਜੋ ਵੀ ਹੋਇਆ ਹੈਗਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹੀ ਹੋਇਆ ਹੈਗਾ। ਜੇ ਮੈਂ ਕੀਤਾ ਇਹਦੇ 'ਚ ਮੇਰੀ ਕੋਈ ਵਡਿਆਈ ਨਹੀਂ ਹੈਗੀ, ਇਹ ਤਾਂ ਸਾਰੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹੋਇਆ ਹੈਗਾ। ਤੇ ਹੁਣ ਜਿੰਨੇ ਵੀ ਇੱਥੇ ਸਾਡੇ ਪੰਜਾਬੀ ਹਿੰਦੁਸਤਾਨੀ, ਨਾਟ ਕੱਲੇ ਪੰਜਾਬੀ, ਹਿੰਦੁਸਤਾਨੀ ਜਿਹੜੇ ਹੈਗੇ ਨੇ, ਮੇਰੇ ਕੋਲ ਸਾਰੇ ਇੰਡੀਆ 'ਚੋਂ ਬੰਦੇ ਹੈਗੇ ਨੇ ਜਿਹੜੇ ਹੁਣ ਸਾਡੇ ਕੋਲ ਕਿਸੇ ਨੇ ਸਟੇਸ਼ਨ ਲੀਜ਼ 'ਤੇ ਲੱਤਾ ਹੈ, ਕੋਈ ਕੰਮ ਕਰਦਾ ਹੈ, ਹਜ਼ਾਰਾਂ 'ਚ ਹੀ ਬੰਦੇ ਹੈਗੇ ਨੇ। ਜਿਸ ਤਰੀਕੇ ਨਾਲ ਧਾਲੀਵਾਲ ਸਾਹਿਬ ਪੰਥਕ ਧਿਰਾਂ ਨੇ ਇਹ ਮੁੱਦਾ ਚੁੱਕਿਆ, ਐਸਜੀਪੀਸੀ ਨੇ ਚੁੱਕਿਆ, ਜਥੇਦਾਰ ਸਾਹਿਬ ਨੇ ਚੁੱਕਿਆ, ਇਹਨੂੰ ਇਉਂ ਲੱਗਦਾ ਕਿ ਇੱਕ ਰੰਗਤ ਤੁਹਾਨੂੰ ਲੱਗਦਾ ਨਹੀਂ ਕਿ ਉਸ ਨੂੰ ਦਿੱਤੀ ਜਾ ਰਹੀ ਹੈ, ਜਾਂ ਇਹ ਹੋਣਾ ਚਾਹੀਦਾ ਕਿ ਘੱਟ ਗਿਣਤੀ ਦੇ ਖਿਲਾਫ ਇਹ ਵਿਤਕਰਾ ਤਾਂ ਨਹੀਂ ਗਾ? ਮੈਂ ਸਵਾਲ ਤੁਹਾਨੂੰ ਵਾਰ-ਵਾਰ ਪੁੱਛ ਰਿਹਾ ਧਾਲੀਵਾਲ ਸਾਹਿਬ ਕਿਉਂਕਿ ਤੁਹਾਡਾ ਵਿਊ ਪੁਆਇੰਟ ਆ ਬਹੁਤ ਜ਼ਰੂਰੀ ਹੈਗਾ। ਇੱਥੇ ਤਾਂ ਬਹੁਤ ਕੁਝ ਕਿਹਾ ਜਾ ਰਿਹਾ, ਜੋ ਤੱਕ ਤੁਸੀਂ ਨਹੀਂ ਦੱਸੋਗੇ ਸਾਨੂੰ ਕਿਵੇਂ ਪਤਾ ਲੱਗੂਗਾ ਕੀ ਮਾਮਲਾ ਹੈਗਾ? ਨਹੀਂ ਜੀ, ਮੈਨੂੰ ਜਦੋਂ ਮੈਂ ਉੱਥੇ ਹੈ ਹੀ ਨਹੀਂ, ਮੈਨੂੰ ਮੈਂ ਕਿਵੇਂ ਕੀ ਕਹਿ ਸਕਦਾ ਕਾਹਦੇ ਉੱਥੇ ਹੋ ਰਿਹਾ, ਕੀ ਹੋ ਰਿਹਾ ਹੈਗਾ ਜੀ। ਇੱਕ ਤਾਂ ਇੱਥੇ ਤੁਹਾਨੂੰ ਪਤਾ ਹੈ ਕੀ ਹੋ ਰਿਹਾ। ਮੈਂ ਤਾਂ ਇਟਸ ਵੈਰੀ ਹਾਰਡ ਫॉर ਮੀ ਟੂ ਸੇ ਐਨੀਥਿੰਗ ਅਗੇਂਸਟ ਇੰਡੀਆ। ਅਸੀਂ ਪਹਿਲਾਂ ਇੰਡੀਅਨ ਹੈਗਾ, ਉਸ ਤੋਂ ਬਾਅਦ ਜੇ ਕੋਈ ਹੋਰ ਆ ਗਿਆ ਫਿਰ। ਤੇ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਖੁਦ ਵਿਦੇਸ਼ ਮੰਤਰਾਲੇ ਨਾਲ ਜਾਂ ਪ੍ਰਧਾਨ ਮੰਤਰੀ ਨਾਲ, ਇੱਥੋਂ ਦੇ ਪੀਐਮਓ ਨਾਲ ਤੁਸੀਂ ਗੱਲਬਾਤ ਕਰੋ, ਜਾਂ ਨਹੀਂ ਚਾਹੁੰਦੇ ਤੁਸੀਂ? ਨਹੀਂ ਜੀ, ਮੈਂ ਨਹੀਂ ਕਿਸੇ ਨਾਲ ਨਹੀਂ ਕੀਤੀ ਹੈਗੀ। ਦੇ ਹੈਵ ਅਪਰੋਚਡ ਮੀ। ਇੱਥੇ ਜਿਹੜੇ ਅਮਰੀਕਨ ਪੋਲੀਟੀਸ਼ੀਅਨਸ ਹੈਗੇ ਨੇ, ਆਈ ਨੋ ਦੈਮ ਪਰਸਨਲੀ, ਐਟਲੀਸਟ ਜੇ ਜ਼ਿਆਦਾ ਨਹੀਂ ਹੈਗਾ 30-40 ਕਾਂਗਰਸਮੈਨ ਨੂੰ ਜਾਣਦਾ, 10-15 ਸੈਨੇਟਰਾਂ ਨੂੰ ਜਾਣਦਾ। ਸਮ ਆਫ ਦੈਮ ਹੈਵ ਕਾਲਡ ਮੀ ਅਪ ਕਿ ਕੀ ਹੋਇਆ ਹੈਗਾ, ਵਟ ਕੈਨ ਦੇ ਡੂ ਫॉर ਮੀ। ਅਸੀਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਿ ਰਹੇ ਹਾਂ ਵੀ ਆਈ ਡੋਂਟ ਨੀਡ ਐਨੀਥਿੰਗ, ਬਟ ਲੋਕੀ ਆਪਣੇ ਆਪ ਤੇ ਇਹ ਗੱਲ ਕਹਿ ਰਹੇ ਨੇ ਸਾਨੂੰ ਦੱਸੋ ਕੀ ਕਰੀਏ ਅਸੀਂ। ਵੀ ਕੈਨ ਰਾਈਟ ਦੀ ਲੈਟਰਸ ਟੂ ਦੀ ਇੰਵੈਸਟਰ, ਵੀ ਕੈਨ ਰਾਈਟ ਦੀ ਲੈਟਰਸ ਟੂ ਦੀ ਪ੍ਰਾਈਮ ਮਿਨਿਸਟਰ, ਬਟ ਅਜੇ ਅੱਛਾ ਹੋਰ ਮੇਰੇ ਜਿਹੜੇ ਇੱਥੇ ਹੈਗੇ ਨੇ ਆਪਣੇ ਕਮਿਊਨਿਟੀ ਦੇ ਬੰਦੇ, ਉਹਨਾਂ ਦੀਆਂ ਕਾਲਾਂ ਆ ਰਹੀਆਂ ਨੇ, ਕਈਆਂ ਨੇ ਚਿੱਠੀਆਂ ਲਿਖਤੀਆਂ ਹੈਗੀਆਂ ਨੇ ਕਾਂਗਰਸਮੈਨਾਂ ਨੂੰ ਔਰ ਸੈਨੇਟਰਾਂ ਨੂੰ ਕਿ ਜੀ ਇਹ ਕੀ ਹੋਇਆ ਹੈਗਾ, ਇਹਦੇ ਬਾਰੇ ਤੁਸੀਂ ਆਵਾਜ਼ ਉਠਾਓ, ਬਟ ਆਈ ਐਮ ਨਾਟ ਡੂਇੰਗ ਇਟ ਯੈਟ। ਤਾਂ ਲੱਗਦਾ ਕਿ ਭਾਰਤ ਅਮਰੀਕਾ ਦੇ ਰਿਸ਼ਤਿਆਂ 'ਤੇ ਕੋਈ ਇਹ ਠੇਸ ਪਹੁੰਚਾ ਸਕਦਾ ਹੈ, ਮਾਮਲਾ ਸੱਟ ਮਾਰ ਸਕਦਾ ਹੈ? ਮੈਨੂੰ ਥੋੜਾ ਸਵਾਲ ਨਹੀਂ ਸਮਝ ਲੱਗਿਆ ਜੀ।
ਮੈਂ ਕਹਿ ਰਿਹਾ ਭਾਰਤ ਅਮਰੀਕਾ ਦੇ ਰਿਸ਼ਤਿਆਂ ਤੇ ਕੋਈ ਇਹ ਮਾਮਲਾ ਸੱਟ ਮਾਰ ਸਕਦਾ, ਤੁਹਾਨੂੰ ਇਹ ਲੱਗਦਾ? ਕਿਉਂਕਿ ਦਰਸ਼ਨ ਸਿੰਘ ਧਾਲੀਵਾਲ ਇਕੱਲੇ ਨਹੀਂ ਹੈਗੇਗੇ ਇਸ ਪੂਰੇ ਮਾਮਲੇ ਦੇ ਵਿੱਚ, ਪੂਰਾ ਐਨਆਰਆਈ ਡਾਇਸਪੋਰਾ, ਸਾਰਾ ਪੰਜਾਬੀ ਡਾਇਸਪੋਰਾ ਜਿਹੜੇ ਉੱਧਰ ਸਾਰੇ ਇੰਡੀਅਨਸ ਰਹਿੰਦੇ ਹੈਗੇ, ਉਹ ਸਾਰੇ ਇਸ ਮੁੱਦੇ ਤੇ ਚਿੰਤਤ ਹੈਗੇ ਆ, ਸੋਚਦੇ ਪਏ ਆ, ਤਾਂ ਮੈਂ ਸਵਾਲ ਕਰ ਰਿਹਾ ਸੀ। ਅਸੀਂ ਜੀ, ਮੈਂ ਆਪ ਪਰਸਨਲੀ ਆਈ ਵਰਕਡ ਵੈਰੀ ਹਾਰਡ ਟੂ ਗੈਟ ਦੀ ਰਿਲੇਸ਼ਨਸ਼ਿਪ ਗੁੱਡ ਬਿਟਵੀਨ ਇੰਡੀਆ ਐਂਡ ਅਮਰੀਕਾ। ਜਦੋਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਵਾਜਪਾਈ ਸਾਹਿਬ ਆਏ ਸੀਗੇ, ਉਦੋਂ ਵੀ ਮੈਂ ਕੀਤਾ ਹੈਗਾ। ਪ੍ਰੈਜ਼ੀਡੈਂਟ ਕਲਿੰਟਨ ਨਾਲ ਮੇਰੀ ਪਰਸਨਲ ਸੀਗੀ, ਪ੍ਰੈਜ਼ੀਡੈਂਟ ਬੁਸ਼ ਨਾਲ ਮੇਰੀ ਪਰਸਨਲ ਸੀਗੀ, ਆਪਣਾ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨਾਲ ਮੇਰੀ ਪਰਸਨਲ ਹੈਗੀ ਹੈ। ਤੇ ਇਹ ਤਾਂ ਬੜੀਆਂ ਕੋਸ਼ਿਸ਼ਾਂ ਬਾਅਦ ਇਹ ਰਿਲੇਸ਼ਨਸ਼ਿਪ ਜਿਹੜਾ ਹੈਗਾ ਵਧੀਆ ਹੋਇਆ ਹੈਗਾ। ਆਈ ਡੋਂਟ ਵਾਂਟ ਟੂ ਰੂਇਨ ਦੈਟ। ਇੱਕ ਮੈਂ ਆਪਣੇ ਲਈ ਜਿਹੜਾ ਇੰਨਾ ਚੱਲਦਾ ਇੰਨਾ ਵਧੀਆ ਰਿਲੇਸ਼ਨਸ਼ਿਪ ਹੈਗਾ, ਆਈ ਡੋਂਟ ਵਾਂਟ ਟੂ ਉਹਦੇ ਤੇ ਕਿੰਤੂ ਪਰੰਤੂ ਨਹੀਂ ਕੋਈ ਵੀ ਕਰਨੀ ਚਾਹੁੰਦਾ ਹਾਂ। ਇਹ ਨਹੀਂ ਹੈਗਾ ਕਿ ਮੈਂ ਕਰ ਨਹੀਂ ਸਕਦਾ ਹਾਂ। ਆਈ ਨੋ ਲੋਟ ਆਫ ਪੋਲੀਟੀਸ਼ੀਅਨ ਦੇ ਹੈਵ ਲੋਟ ਆਫ ਰਿਸਪੈਕਟ ਫॉर ਮੀ ਐਂਡ ਆਈ ਹੈਵ ਲੋਟ ਆਫ ਰਿਸਪੈਕਟ ਫॉर them। ਮੈਂ ਪੁੱਛ ਸਕਦਾ ਸਵਾਲ ਤੁਹਾਨੂੰ ਵੀ ਤੁਸੀਂ ਇਹ ਸਵਾਲ ਹੈ ਉਸ ਵੱਡੇ ਪੱਧਰ ਤੇ ਕਿਉਂ ਨਹੀਂ ਉਠਾਉਣਾ ਚਾਹ ਰਹੇ, ਜਾਂ ਤੁਸੀਂ ਇਸ ਮਾਮਲੇ ਨੂੰ ਇਹ ਸਮਝਦੇ ਹੋ ਕਿ ਤੁਹਾਡੇ ਵੈਲਵਿਸ਼ਰ ਬਹੁਤ ਹੈਗੇ ਇੰਡੀਆ ਵਿੱਚ ਵੀ ਅਮਰੀਕਾ ਵਿੱਚ ਵੀ, ਉਹ ਆਪੇ ਨਜਿੱਠ ਲੈਣਗੇ, ਦਰਸ਼ਨ ਸਿੰਘ ਧਾਲੀਵਾਲ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈਗੀ? ਦੈਟਸ ਵਨ ਆਫ ਦ ਰੀਜ਼ਨਸ ਟੂ। ਤੇ ਦੂਜੀ ਗੱਲ ਇਹ ਹੈ ਕਿ ਜੇ ਮੈਂ ਕਰਦਾ ਹਾਂਗਾ, ਇਟਸ ਗੋਇੰਗ ਟੂ ਬੀ ਬੈਡ ਨੇਮ ਫॉर ਇੰਡੀਆ। ਜੇ ਮੈਂ ਹੁਣ ਜਾ ਕੇ ਇਹ ਗੱਲ ਕਹਿਣਾ ਵੀ ਇੰਡੀਆ ਨੇ ਮਾੜੀ ਗੱਲ ਕੀਤੀ ਹੈ ਕਿ ਮੇਰੇ ਨਾਲ ਇਹ ਕੀਤਾ ਹੈਗਾ, ਤੇ ਆਈ ਡੋਂਟ ਵਾਂਟ ਟੂ ਬ੍ਰਿੰਗ ਦੈਟ ਅਪ ਈਦਰ। ਤੁਸੀਂ ਸਾਡੇ ਇਸ ਮੰਚ ਜ਼ਰੀਏ ਪ੍ਰਧਾਨ ਮੰਤਰੀ ਨੂੰ ਕੁਝ ਕਹਿਣਾ ਚਾਹੁੰਦੇ ਹੋ, ਵਿਦੇਸ਼ ਮੰਤਰੀ ਨੂੰ ਕੁਝ ਕਹਿਣਾ ਚਾਹੁੰਦੇ ਹੋ, ਅੰਬੈਸਡਰ ਨੂੰ ਕੁਝ ਕਹਿਣਾ ਚਾਹੁੰਦੇ ਹੋ? ਮੈਂ ਤਾਂ ਜਿਹੜੀ ਕੰਮ ਕੀਤਾ ਹੈ ਇਹਨੂੰ ਦੇਖ ਲੈਣਗੇ ਕਿਉਂ ਕੀਤਾ। ਐਟਲੀਸਟ ਆਈ ਡਿਜ਼ਰਵ ਦੀ ਆਨਸਰ, ਕਿਉਂ ਕੀਤਾ, ਕਾਹਤੇ ਕੀਤਾ ਹੈਗਾ ਇਹ। ਤੁਸੀਂ ਇਹ ਡਿਮਾਂਡ ਕਰਦੇ ਹੋ ਕਿ ਪ੍ਰਧਾਨ ਮੰਤਰੀ ਤੁਹਾਨੂੰ ਖੁਦ ਸੱਦਾ ਭੇਜਣ, ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨਾਲ ਤੁਹਾਡੇ ਚੰਗੇ ਰਿਸ਼ਤੇ ਹੈਗੇ ਆ, ਤੁਸੀਂ ਹਮੇਸ਼ਾ ਕਹਿੰਦੇ ਹੋ ਸਾਡੇ ਪਰਿਵਾਰਕ ਰਿਸ਼ਤੇ ਆ, ਉਹ ਡਿਮਾਂਡ ਕਰਦੇ ਪਏ ਕਿ ਪ੍ਰਧਾਨ ਮੰਤਰੀ ਤੁਹਾਨੂੰ ਸੱਦਾ ਭੇਜਣ, ਤੁਸੀਂ ਡਿਮਾਂਡ ਕਰਦੇ ਹੋ? ਨਹੀਂ, ਮੇਰੀ ਕੋਈ ਡਿਮਾਂਡ ਨਹੀਂ ਹੈਗੀ, ਤੇ ਨਾ ਹੀ ਮੈਂ ਤੇ ਇੱਦਾਂ I have a lot of respect for Indian government and ਜਿਹੜੇ ਸਾਡੇ ਰਿਲੇਸ਼ਨਸ਼ਿਪ ਹੈਗੇ ਨੇ, I don't want to ruin that। ਇੰਡੀਆ ਅਮਰੀਕਾ ਦੇ ਰਿਲੇਸ਼ਨ ਬਹੁਤ ਚੰਗੇ ਹੈਗੇ ਨੇ ਅੱਜ ਕੱਲ੍ਹ, ਔਰ ਬੜੀ ਮਿਹਨਤ ਤੋਂ ਬਾਅਦ ਬਣੇ ਨੇ ਇਹ। ਤੇ ਦਰਸ਼ਨ ਸਿੰਘ ਧਾਲੀਵਾਲ ਜੀ, ਤੁਹਾਡੇ ਬਾਰੇ ਜੇ ਮੈਂ ਕੁਝ ਸ਼ਬਦ ਬੋਲੂੰਗਾ ਤਾਂ ਬੜਾ ਅਜੀਬ ਲੱਗੂਗਾ। ਤੁਸੀਂ ਬਹੁਤ ਠਰਮੇ ਨਾਲ ਗੱਲ ਕਰਨ ਬਾਰੇ ਜਾਣੇ ਜਾਂਦੇ ਹੋ, ਇੰਨੀ ਤੁਸੀਂ ਮਿਹਨਤ ਕੀਤੀ ਉੱਥੇ ਜਾ ਕੇ, ਉਸ ਬਾਰੇ ਜਾਣੇ ਜਾਂਦੇ ਹੋ, ਤੁਸੀਂ ਬਹੁਤਿਆਂ ਨੂੰ ਰੁਜ਼ਗਾਰ ਦਿੱਤਾ, ਬਹੁਤਿਆਂ ਦੀ ਮਦਦ ਕੀਤੀ, ਉਸ ਬਾਰੇ ਜਾਣੇ ਜਾਂਦੇ ਹੋ। ਧਾਲੀਵਾਲ ਸਾਹਿਬ, ਮੇਰਾ ਸਵਾਲ ਇਹ ਹੈ ਕਿ ਤੁਸੀਂ ਜਿਹੜਾ ਸਾਰਾ ਭਾਈਚਾਰਾ ਹੈਗਾ, ਉਸ ਭਾਈਚਾਰੇ ਨੂੰ ਕੋਈ ਦਿਲ ਦੀ ਗੱਲ ਦੱਸਣਾ ਚਾਹੁੰਦੇ ਹੋ ਜਿਹੜੀ ਤੁਸੀਂ ਨਾ ਦੱਸ ਸਕੇ ਹੋ? ਕਿਉਂਕਿ ਦਿਮਾਗ ਤੇ ਜਾਂ ਦਿਲ ਤੇ ਬੋਝ ਰਹਿੰਦਾ ਜਦੋਂ ਬੰਦਾ ਗੱਲ ਨਹੀਂ ਸਾਂਝੀ ਕਰਦਾ। ਮੈਂ ਤੁਹਾਡੇ ਤੋਂ ਬਹੁਤ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਤੁਸੀਂ ਉੱਥੇ ਸਟਿਕ ਕਰ ਰਹੇ ਹੋ ਜਿੱਥੇ ਤੁਸੀਂ ਕਰਨਾ। ਧਾਲੀਵਾਲ ਸਾਹਿਬ, ਮੈਂ ਜੀ ਅੱਜ ਤੱਕ ਕਦੇ ਦਿਲ 'ਚ ਗੱਲ ਰੱਖੀ ਹੋ ਨਹੀਂ ਹੈਗੀ। ਜਿਹੜੀ ਵੀ ਗੱਲ ਹੁੰਦੀ ਹੈ ਮੈਂ ਪਹਿਲਾਂ ਕਹਿ ਦੱਸ ਦਿੰਦਾ ਹਾਂ ਜੀ। ਮੇਰੀ ਕਮਜ਼ੋਰੀ ਸਮਝ ਲਓ, ਬੜਾਈ ਸਮਝ ਲਓ, ਜੋ ਮਰਜ਼ੀ ਸਮਝ ਲਓ ਤੁਸੀਂ ਇਹ, ਕਿ ਮੈਨੂੰ ਦਿਲ 'ਚ ਗੱਲ ਰੱਖਣੀਆਂ ਨਹੀਂ ਆਉਂਦੀ ਹੈਗੀ। ਮੇਰਾ ਛੋਟਾ ਬ੍ਰਦਰ ਹੈਗਾ ਚਰਨਜੀਤ, ਅਸੀਂ ਇੱਕ ਦੂਜੇ ਨੂੰ ਕਈ ਵਾਰ ਹੱਸਦੇ ਹੈਗੇ ਹਾਂ ਕਿ ਜੇ ਸਾਡੇ ਦਿਲ 'ਚ ਕੋਈ ਗੱਲ ਹੋਵੇ ਨਾ, ਸਾਨੂੰ ਢਿੱਡ ਪੀੜ ਸ਼ੁਰੂ ਹੋ ਜਾਂਦੀ ਹੈ ਸਾਡੀ। ਅਸੀਂ ਮੰਚ ਤੱਕ ਦੀ ਗੱਲ ਰੱਖਣੀ ਜਿਹੜੀ ਹੈਗੀ ਉਹ ਬਾਹਰ ਕੱਢ ਦਿੰਦੀ ਹੈਗੀ ਹੈ। ਚਲੋ ਇੱਕ ਆਖਰੀ ਸਵਾਲ ਤੁਹਾਨੂੰ ਕਰ ਰਹੇ ਹਾਂ ਧਾਲੀਵਾਲ ਸਾਹਿਬ, ਤੁਹਾਡਾ ਵਕਤ ਬੜਾ ਕੀਮਤੀ ਹੈ, ਮੈਂ ਸਮਝ ਸਕਦਾ। ਧਾਲੀਵਾਲ ਸਾਹਿਬ, ਇਹ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਤੁਹਾਡੀ ਕੀ ਰਾਏ ਹੈ? ਕਿਸਾਨ ਸੰਘਰਸ਼ ਨੂੰ 11 ਮਹੀਨੇ ਹੋ ਚੁੱਕੇ ਆ, ਇਸ 'ਤੇ ਤੁਹਾਡੀ ਕੀ ਰਾਏ ਹੈ? ਦੇਖੋ ਜੀ, ਇਹਦੇ ਤੇ ਮੈਨੂੰ ਉਹਨਾਂ ਬਾਰੇ ਸਾਰਾ ਪਤਾ ਨਹੀਂ ਹੈਗਾ। ਜੇ ਚੀਜ਼ ਬਾਰੇ ਨਾ ਪਤਾ ਹੋਵੇ ਤੁਸੀਂ ਉਸ 'ਤੇ ਰਾਏ ਨਹੀਂ ਦੇ ਸਕਦੇ। ਨਾ ਹੀ ਤਾਂ ਮੈਂ ਮੁੱਦੇ ਪੜ੍ਹੇ ਨੇ, ਨਾ ਹੀ ਮੈਂ ਕਿਸੇ ਕੋਲ ਸੁਣਿਆ ਹੈਗਾ। ਹਾਂ, ਸਾਡੀ ਮੰਗ ਹੈਗੀ ਹੈ, ਕਿਸਾਨਾਂ ਦੀ ਮੰਗ ਹੈਗੀ ਹੈ। ਮੈਂ ਇੱਕੋ ਗੱਲ ਕਹਿਣਾ, ਜਿਨ੍ਹਾਂ ਵਾਸਤੇ ਕਾਨੂੰਨ ਬਣਾਏ ਹੈਗੇ ਨੇ, ਜਿਹੜੀ ਮੇਰਾ ਆਪਣਾ ਵਿਊ ਹੈਗਾ ਇਹ, ਜਿਨ੍ਹਾਂ ਵਾਸਤੇ ਕਾਨੂੰਨ ਬਣਾਏ ਹੈਗੇ ਨੇ, ਜੇ ਉਹਨਾਂ ਨੂੰ ਪਸੰਦ ਨਹੀਂ ਹੈਗੇ ਤੇ ਵਾਪਸ ਲੈ ਲਓ। ਜੇ ਹੁਣ ਕੋਈ ਤੁਹਾਨੂੰ ਮੈਂ ਕੋਈ ਚੀਜ਼ ਦੇਵਾਂ, ਤੁਹਾਨੂੰ ਪਸੰਦ ਨਾ ਹੋਵੇ ਉਹ, ਤੇ ਕੀ ਕਰੋਗੇ ਤੁਸੀਂ? ਮੈਨੂੰ ਵਾਪਸ ਹੀ ਦਿਓਗੇ ਨਾ। ਤੇ ਧਾਲੀਵਾਲ ਸਾਹਿਬ, ਤੁਸੀਂ ਖੁਦ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹੋ, ਕੀ ਇਹ ਡਿਮਾਂਡ ਹੈ ਜਿਹੜੀ ਤੁਸੀਂ ਆਪਦੇ ਬਾਰੇ ਤਾਂ ਨਹੀਂ ਗੱਲ ਕਰਨੀ, ਠੀਕ ਹੈ, ਇੰਨੇ ਕਿਸਾਨਾਂ ਬਾਰੇ ਜਿਨ੍ਹਾਂ ਦਰਦ ਤੁਸੀਂ ਲੈ ਕੇ ਆਪਦੇ ਦਿਲ ਦੇ ਵਿੱਚ ਤੁਸੀਂ ਰੱਖਿਆ ਹੋਇਆ, ਉਹਨਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਂ ਅਮਰੀਕਾ ਤੋਂ ਕੋਈ ਇਹੋ ਜਿਹਾ
ਡਾਇਲੋਗ ਕਰਵਾ ਕੇ ਇਹ ਚੀਜ਼ਾਂ ਕਰਵਾਈਆਂ ਜਾ ਸਕਦੀਆਂ ਨਹੀਂ, ਜਾਂ ਮੇਰਾ ਇਹ ਸਵਾਲ ਹੈ ਗਲਤ ਹੈ ਧਾਲੀਵਾਲ ਸਾਹਿਬ? ਇਸ ਤਰ੍ਹਾਂ ਹੈਗਾ ਜੀ ਕਿ ਮੈਂ ਤਾਂ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਹੈਗਾ, ਕਾਨੂੰਨਾਂ ਬਾਰੇ ਮੈਨੂੰ ਜ਼ਿਆਦਾ ਪਤਾ ਨਹੀਂ, ਪਰ ਜਿਹੜੇ ਕਿਸਾਨ ਹੈਗੇ ਨੇ, ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਕਿਸਾਨਾਂ ਦੇ ਫਾਇਦੇ ਦੇ ਨੇ, ਕਿਸਾਨ ਕਹਿੰਦੇ ਨੇ ਸਾਡੇ ਫਾਇਦੇ ਦੇ ਨਹੀਂ ਹੈਗੇ। ਇਹ ਜਿਨ੍ਹਾਂ ਵਾਸਤੇ ਕਾਨੂੰਨ ਬਣਾਏ ਨੇ, ਜੇ ਉਹਨਾਂ ਨੂੰ ਪਸੰਦ ਨਹੀਂ ਹੈਗੇ ਤੇ ਉਹ ਵਾਪਸ ਲੈ ਜਾਣ। ਇਹ ਤਾਂ ਮਤਲਬ ਕਿ ਜ਼ਬਰਦਸਤੀ ਹੋ ਗਿਆ, ਤੁਹਾਨੂੰ ਤੁਸੀਂ ਰੱਜੇ ਵੀ ਹੋਗੇ, ਤੁਹਾਨੂੰ ਕਹੇ ਵੀ ਹੁਣ ਤੂੰ ਰੋਟੀ ਹੋਰ ਖਾ, ਇਹ ਤਾਂ ਕੋਈ ਹੋਰ ਨਹੀਂ ਸਿਆਣਪੀ ਨਾ ਹੈਗੀ। ਸਰਕਾਰ ਨੇ ਬਣਾਏ ਸੀਗੇ ਫਾਇਦੇ ਵਾਸਤੇ, ਸਾਨੂੰ ਨਹੀਂ ਚੰਗੇ ਲੱਗਦੇ ਵਾਪਸ ਲੈ ਲਓ। ਚਲੋ ਇੱਕ ਆਖਰੀ ਸਵਾਲ ਕਰ ਰਿਹਾ ਧਾਲੀਵਾਲ ਸਾਹਿਬ ਤੁਹਾਨੂੰ ਇਹ ਸਿੱਖ ਭਾਈਚਾਰੇ ਤੇ ਹਮਲਾ ਤਾਂ ਨਹੀਂ ਲੱਗਦਾਗਾ ਜਿਸ ਤਰੀਕੇ ਨਾਲ ਤੁਹਾਨੂੰ ਰੋਕਿਆ ਗਿਆ? ਦੇਖੋ ਜੀ, ਮੈਨੂੰ ਇੱਥੇ ਬੈਠੇ ਨੂੰ ਹੁਣ ਮੈਂ ਕੀ ਕਹਿ ਸਕਦਾਗਾ ਜੀ, ਪਰ ਇਹ ਆਈ ਡੋਂਟ ਨੋ ਕੀ ਹੈਗਾ ਇਹ। ਆਈ ਡੋਂਟ ਵਾਂਟ ਟੂ ਕਮੈਂਟ ਈਦਰ ਵੇ ਔਨ ਇਟ। ਚਲੋ ਬਹੁਤ ਧੰਨਵਾਦ ਦਰਸ਼ਨ ਸਿੰਘ ਧਾਲੀਵਾਲ, ਤੁਸੀਂ ਵਕਤ ਕੱਢਿਆ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਦਰਸ਼ਨ ਸਿੰਘ ਧਾਲੀਵਾਲ। ਇਹਨਾਂ ਦਾ ਬਹੁਤ ਵੱਡਾ ਨਾਮ ਹੈ, ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀਆਂ ਕੀਤੀਆਂ। ਇਹਨਾਂ ਨੂੰ ਏਅਰਪੋਰਟ ਤੇ ਰੋਕਿਆ ਗਿਆ, ਉੱਥੋਂ ਵਾਪਸ ਭੇਜ ਦਿੱਤਾ ਗਿਆ। ਉਸ ਬਾਬਤ ਇਹਨਾਂ ਤੋਂ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਸ਼ਿਸ਼ ਇਹ ਵੀ ਕੀਤੀ ਹੈ ਜਿਹੜੇ ਸਵਾਲ ਨਹੀਂ ਪੁੱਛਣੇ ਸੀ ਅਸੀਂ ਉਹ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਹੈ। ਪਰ ਦਰਸ਼ਨ ਸਿੰਘ ਧਾਲੀਵਾਲ ਹਰਾਂ ਦਾ ਜੋ ਇਰਾਦਾ ਹੈਗਾ, ਜੋ ਉਹਨਾਂ ਨੇ ਆਪਦੇ ਦਿਲ ਦੀ ਗੱਲ, ਮਨ ਦੀ ਗੱਲ ਰੱਖਣੀ ਸੀ, ਉਹਨਾਂ ਨੇ ਰੱਖੀ ਹੈ। ਉਹ ਕਹਿੰਦੇ ਆ ਕਿ ਭਾਰਤ ਅਮਰੀਕਾ ਦੇ ਰਿਸ਼ਤਿਆਂ ਵਿੱਚ ਉਹ ਰੁਕਾਵਟ ਨਹੀਂ ਬਣਨਾ ਚਾਹੁੰਦੇਗੇ। ਇਹ ਮਾਮਲਾ ਆਪਣੇ ਆਪ ਸੁਲਝ ਜਾਵੇ ਤਾਂ ਚੰਗਾ ਹੈਗਾ। ਪਰ ਦਰਸ਼ਨ ਸਿੰਘ ਧਾਲੀਵਾਲ ਹਰਾਂ ਦਾ ਨਾਮ ਪੋਲੀਟੀਕਲ ਧਿਰ ਨਾਲ ਜੁੜਦਾ ਹੈਗਾ, ਉਹਨਾਂ ਦਾ ਪਰਿਵਾਰ ਹੈ, ਪੋਲੀਟਿਕਸ ਵਿੱਚ ਹੈਗਾ, ਕਿਤੇ ਉਹ ਵਜ੍ਹਾ ਤਾਂ ਨਹੀਂ ਹੈਗੀ। ਕਿ ਸਵਾਲ ਇਹ ਵੀ ਬੜਾ ਮਹੱਤਵਪੂਰਨ ਹੈਗਾ। ਪਰ ਜੇ ਇਕੱਲੀ ਲੰਗਰ ਹੀ ਵਜ੍ਹਾ ਹੈਗੀ ਹੈ ਤਾਂ ਇਹ ਬਹੁਤ ਵੱਡਾ ਮਸਲਾ ਹੈਗਾ ਜਿਹਨੂੰ ਛੋਟਾ ਕਰਕੇ ਨਹੀਂ ਦੇਖਿਆ ਜਾ ਸਕਦਾ। ਕਿਉਂਕਿ ਗੁਰੂ ਸਾਹਿਬਾਨ ਨੇ ਜਿਹੜਾ ਸਾਨੂੰ ਫਲਸਫਾ ਦਿੱਤਾ ਹੈਗਾ ਉਸ ਦੇ ਵਿੱਚ ਕਿਸੇ ਨੂੰ ਵੀ ਰੋਕ ਟੋਕ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਲੰਗਰ ਸਾਰਿਆਂ ਦਾ ਸਾਂਝਾ ਹੈ। ਸੰਗਤ ਤੇ ਪੰਗਤ ਦਾ ਫਲਸਫਾ ਸਾਰਿਆਂ ਲਈ ਹੈਗਾ। ਤੇ ਉਸ ਬਾਬਤ ਜੇ ਦਰਸ਼ਨ ਸਿੰਘ ਧਾਲੀਵਾਲ ਦੇ ਦਿਲ ਵਿੱਚ ਜਾਂ ਮਨ ਵਿੱਚ ਕੋਈ ਗੱਲ ਰਹਿ ਗਈ ਤਾਂ ਇਹ ਪੂਰੇ ਭਾਈਚਾਰੇ ਲਈ ਬਹੁਤ ਵੱਡੇ ਸਵਾਲ ਹੈਗੇ ਆ। ਇਸ ਨੂੰ ਕਿਹਦੇ ਨਾਲ ਕਿਵੇਂ ਜੋੜਨਾ ਹੈਗਾ ਮੈਨੂੰ ਨਹੀਂ ਪਤਾਗਾ, ਸਿਆਸਤਦਾਨ ਕਿਵੇਂ ਜੋੜਦੇ ਪਏ ਮੈਨੂੰ ਇਹ ਨਹੀਂ ਪਤਾ ਹੈਗਾ, ਪਰ ਇਹ ਮੁੱਦਾ ਇਨਸਾਨੀਅਤ ਦਾ ਹੈ। ਤੇ ਇਸੇ ਕਰਕੇ ਅਸੀਂ ਧਾਲੀਵਾਲ ਸਾਹਿਬ ਤੋਂ ਸਾਰੇ ਸਵਾਲ ਕੀਤੇ। ਬਹੁਤ ਧੰਨਵਾਦ।